परम सम्मान जो गुरु सवारियो गुरु फतेह की सांझ करिए। वाहगुरु जी का खालसा वाहगुरु जी की फतेह। सिख मिशन कालेज लुधियाना वालों रोजाना SMC गुरमत क्लास USA विच शामिल होने वाले सारे गुरु वीरां भैणां नूं असीं जी आਇਆਂ आखदे हां। सारिਆਂ ਦਾ स्वागत है। ਅੱਜ ਅਸੀਂ ਇੱਕ ਬਹੁਤ ਹੀ ਅਹਿਮ ਵਿਸ਼ਾ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ, ਜਿਹੜਾ ਅਹਿਮ ਵੀ ਹੈ, ਜ਼ਰੂਰੀ ਵੀ ਹੈ, ਔਰ ਜਿਸ ਮਸਲੇ ਦੇ ਉੱਤੇ ਸਾਨੂੰ ਫੌਰਨ ਕੰਮ ਕਰਨ ਦੀ ਜ਼ਰੂਰਤ ਵੀ ਹੈ। ਨਹੀਂ ਤਾਂ ਆਉਣ ਵਾਲੀਆਂ ਜਿਹੜੀਆਂ ਸਮਾਂ ਹਨ, ਆਉਣ ਵਾਲੀਆਂ ਨਸਲਾਂ ਹਨ, ਉਹ ਸਾਨੂੰ ਉਲਾਂਭਾ ਦਿੰਦੀਆਂ ਰਹਿਣਗੀਆਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੁਗੋ ਜੁਗੋ ਟਲ ਕਰਤੇ ਦੇ ਬੋਲ, ਕਰਤਾਰ ਦੇ ਘਰ ਦੀਆਂ ਗੱਲਾਂ ਬਾਤਾਂ, ਉਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਨਿਰੰਕਾਰ ਰੂਪੀ ਬਾਣੀ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਰੂਪ ਸਾਡੇ ਸਾਹਮਣੇ ਬਣਾ ਕੇ ਭਾਈ ਗੁਰਦਾਸ ਜੀ ਕੋਲੋਂ ਲਿਖਵਾ ਕੇ ਸੰਸਾਰ ਨੂੰ ਭੇਟ ਕੀਤਾ, ਸੰਸਾਰ ਦੀ ਝੋਲੀ ਵਿੱਚ ਪਾਇਆ। ਉਸ ਗਿਆਨ ਦੇ ਵਿੱਚ ਸੰਸਾਰ ਜਗਤ ਨੂੰ ਵੰਡਣਾ ਸਾਡਾ ਫਰਜ਼ ਬਣਦਾ ਹੈ। ਬਾਣੀ ਨਿਰੰਕਾਰ ਦੀ ਹੈ। ਅਸੀਂ ਜਾਣਦੇ ਹਾਂ ਬਾਣੀ ਦੇ ਵਿੱਚ ਕੋਈ ਉਕਾਈ ਨਹੀਂ ਹੈ, ਲੇਕਿਨ ਹੱਥ ਲਿਖਤ ਬੀੜਾਂ ਤੋਂ ਬਾਅਦ ਜਦੋਂ ਅਸੀਂ ਛਪਾਈ ਦੇ ਮਸਲੇ ਵਿੱਚ ਆਏ ਤਾਂ ਉਹਦੇ ਵਿੱਚ ਕੁਝ ਊਣਤਾਈਆਂ ਜ਼ਰੂਰ ਹੋਈਆਂ। ਇਨਸਾਨ ਦੀ ਗਲਤੀ ਹੈ। ਗੁਰੂ ਨੇ ਸਾਨੂੰ ਸ਼ੁੱਧ ਰੂਪ ਵਿੱਚ ਬਖਸ਼ਿਸ਼ ਕੀਤੀ ਸੀ। तो श्री गुरु ग्रंथ साहब जी की शुद्ध छपाई का मसला ये बड़ा गंभीर मसला है, जरूरी भी है, इत्थे विचारां भी जरूरी हैं। तो उस मसले नूं अज असीं आप जी दे नाल साझा कर रहे हैं। साडे नाल शामिल हैं डॉक्टर ओंकार सिंह जी USA तो, जिन्हां ने गुरमत विच विद्या लैके PhD करके धर्म प्रचार के खेत्र में अपना योगदान पाते हैं, पा रहे हैं। उन्होंने पासों असीं ये विचारां सरवण करनियां हैं। बेनती करता हाँ कि डॉक्टर ओंकार सिंह जी आप जी सानू दसो कि ये छपाई का मसला की है, ऊणताइयां कित्थे हैं, छपाई विच ऊणताइयां कित्थे हैं, और इन्हां दा असीं हल किस ढंग नाल कर सकते हाँ। जुगती की है, किस पंथक जुगती विच बैठ के असीं इन्हां दे विचार कर सकते हैं। तो आप जी नूं बेनती करदा हाँ, किरपा करो अज दी विचार आरंभ करो जी। वाहिगुरू जी का खालसा वाहिगुरू जी की फतेह। सत्संग रूप विच जुड़े हुए विद्वान सज्जनों, आओ सच्चे पातशाह हजूर दी बख्शी हुई फतेह दी सांझ पाइए। वाहिगुरू जी का खालसा वाहिगुरू जी की फतेह। जिवें वीर हरजीत सिंह उन्होंने आपको दस्सिया ये बड़ा गहर गंभीर मसला है, बड़ा नाजुक भी है, ते इहदे बारे आपां अज गल करांगे। ते संखेप रूप विच इस नूं वंडिया जी अपना 5-7 भागां दे विच। ते विचार करन तो पहलां कुछ जरूरी गल्लां आप जी नाल करनियां चाहांगे। इहदे विच श्री गुरु ग्रंथ साहिब जी दी संपादना दा संखेप इतिहास, श्री गुरु ग्रंथ साहिब जी दे हत्थ लिखत उतारे, श्री गुरु ग्रंथ साहिब जी दी छपाई दा इतिहास, बीत चुके समय विच होए ਸੋਧ ਉਪਰਾਲੇ ਅਤੇ ਉਹਨਾਂ ਦਾ ਵਿਰੋਧ, ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਚਾਹੇ ਕੋਈ ਡਿਜੀਟਲ ਲਾਇਬ੍ਰੇਰੀ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜੀਓ। ਜਿਵੇਂ ਵੀਰ ਹਰਜੀਤ ਸਿੰਘ ਨੇ ਦੱਸਿਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਤੁਰਕੀ ਬਾਣੀ ਹੈ, ਜਿਹੜੀ ਇਸ ਦੇ ਲਿਖਣਹਾਰਿਆਂ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਜੀ ਵੱਲੋਂ ਅਵਤਰਿਤ ਹੋਈ। ਇਸ ਵਿੱਚ ਕੋਈ ਕਮੀ, ਗਲਤੀ, ਪੂਰਨਤਾਈ
ਰਹਿ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਅਭੁੱਲ ਸਤਿਗੁਰੂ ਦਾ ਅਭੁੱਲ ਸਰੂਪ ਹੈ। ਜਿਨ੍ਹਾਂ ਇਕਾਈਆਂ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ, ਉਹ ਸਾਡੇ ਵਰਗੇ ਸੰਸਾਰੀ ਮਨੁੱਖਾਂ ਵੱਲੋਂ ਕਾਰੇ ਕਰਨ ਲੱਗਿਆ ਜਾਂ ਬੀੜਾਂ ਨੂੰ ਛਾਪਣ ਲੱਗਿਆ ਜਾਣੇ ਅਣਜਾਣੇ ਵਿੱਚ ਹੋਈਆਂ ਹੁਣ ਤਾਈਆਂ ਕਹਿ ਸਕਦੇ ਹਾਂ, ਆਪਾਂ ਉਕਾਈਆਂ ਕਹਿ ਸਕਦੇ ਹਾਂ ਜੀ। ਸੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਨੂੰ ਅਸੀਂ ਜਾਗਤ ਜੋਤ ਸਤਿਗੁਰੂ ਪ੍ਰਵਾਨ ਕਰਦੇ ਹਾਂ, ਸਾਡੇ ਲੋਕ ਪਰਲੋਕ ਦੇ ਰਾਖੇ ਆਪਾਂ ਮੰਨਦੇ ਹਾਂ, ਜਿਸ ਦੇ ਅੱਗੇ ਖੜੇ ਹੋ ਕੇ ਅਰਦਾਸਾਂ ਕਰਦੇ ਹਾਂ, ਝੋਲੀਆਂ ਅੜਦੇ ਹਾਂ, ਉਸ ਬਾਰੇ ਬੀਤ ਚੁੱਕੇ ਸਮੇਂ ਵਿੱਚ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਕੀ ਰੋਲ ਨਿਭਾਇਆ ਹੈ, ਵਰਤਮਾਨ ਵਿੱਚ ਅਸੀਂ ਕਿੱਥੇ ਖੜੇ ਹਾਂ ਅਤੇ ਭਵਿੱਖ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਵਿਚਾਰ ਚਰਚਾ ਕਰਾਂਗੇ। ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ, ਇਹ ਬਹੁਤ ਗਹਿਰ ਗੰਭੀਰ, ਨਾਜ਼ੁਕ ਅਤੇ ਸੰਜੀਦਾ ਵਿਸ਼ਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦਾ ਆਧਾਰ ਜਿਹੜਾ ਹੈ ਵਿਚਾਰ ਚਰਚਾ ਦਾ, ਉਹ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਸਮੱਗਰੀ ਨੂੰ ਬਣਾਇਆ ਜੀ। ਬਾਹਰੋਂ ਕਿਸੇ ਵੀ ਸੰਸਥਾ, ਯੂਨੀਵਰਸਿਟੀ ਜਾਂ ਕਿਸੇ ਹੋਰ ਪੁਸਤਕ ਦਾ ਹਵਾਲਾ ਇਸ ਵਿੱਚ ਨਹੀਂ ਲਿਆ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਹੱਥ ਲਿਖਤਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਸਮੱਗਰੀ ਦੀ ਪ੍ਰੋੜਤਾ ਲਈ ਹੀ ਦਿੱਤਾ ਗਿਆ ਹੈ। ਪਹਿਲਾਂ ਆਪਾਂ ਇਹ ਗੱਲ ਨੂੰ ਦੇ ਉੱਤੇ ਵਿਚਾਰ ਕਰ ਲਈਏ ਕਿ ਸਿੱਖ ਧਰਮ ਦੀ ਸੁਤੰਤਰਤਾ ਅਤੇ ਧਰਮ ਗ੍ਰੰਥ। ਸਿੱਖ ਧਰਮ ਕਿਸੇ ਹੋਰ ਧਰਮ ਦੀ ਕੋਈ ਨਕਲ ਜਾਂ ਹੋਰਨਾਂ ਧਰਮਾਂ ਦਾ ਮਿਲਗੋਭਾ ਨਹੀਂ ਹੈ। ਇਹ ਬਹੁਤ ਜ਼ਰੂਰੀ ਗੱਲ ਹੈ। ਆਮ ਤੌਰ ਤੇ ਜਿਹੜੇ ਬਾਹਰਲੇ ਵਿਦਵਾਨ ਨੇ, ਉਹ ਕਹਿੰਦੇ ਨੇ ਜੀ ਇਹ ਤਾਂ ਮੁਸਲਮਾਨ ਹਿੰਦੂਇਜ਼ਮ ਦਾ ਮਿਕਸਚਰ ਹੈਗਾ ਹੈ ਜੀ, ਪਰ ਨਹੀਂ, ਇਹ ਬਿਲਕੁਲ ਸੁਤੰਤਰ ਧਰਮ ਹੈ। ਸੁਤੰਤਰ ਧਰਮ ਦੇ ਜਿਹੜੇ ਲੱਛਣ ਨੇ, ਉਹਨਾਂ ਵਿੱਚੋਂ ਇਹਦੀ ਆਪਣੀ ਇੱਕ ਇਤਿਹਾਸਕ ਆਰੰਭ ਹੋਣ ਦੀ ਆਪਣੀ ਇੱਕ ਇਤਿਹਾਸਕ ਤਾਰੀਖ ਹੈ। ਇਸ ਦੀ ਸਥਾਪਨਾ ਕਰਨ ਵਾਲੇ ਸਤਿਗੁਰੂ ਸਾਹਿਬਾਨ ਹਨ, 10 ਸਤਿਗੁਰੂ ਸਾਹਿਬਾਨ ਹਨ। ਇਸ ਦਾ ਆਪਣਾ ਕੇਂਦਰੀ ਧਰਮ ਸਥਾਨ ਸ੍ਰੀ ਦਰਬਾਰ ਸਾਹਿਬ ਹੈ। ਇਸ ਦੀ ਆਪਣੀ ਵੱਖਰੀ ਪਹਿਚਾਣ ਹੈ, ਆਇਡੈਂਟੀਟੀ ਹੈ। ਇਸ ਦੀ ਆਪਣੀ ਸੁਤੰਤਰ ਰਹਿਤ ਮਰਜ਼ਾਦਾ ਹੈ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕੋਡ ਆਫ ਕੰਡਕਟ ਕਹਿੰਦੇ ਹਾਂ। ਇਸ ਦਾ ਆਪਣਾ ਸਿਰਜਿਆ ਹੋਇਆ ਲਾਸਾਨੀ ਇਤਿਹਾਸ ਹੈ। ਸਿੱਖ ਧਰਮ ਦੇ ਆਪਣੇ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਸ ਵਿੱਚ 6 ਸਤਿਗੁਰੂ ਸਾਹਿਬਾਨ, 15 ਭਗਤਾਂ, 11 ਭੱਟ ਸਾਹਿਬਾਨ ਅਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ। ਸਾਰਾ ਸੰਸਾਰ ਅੱਜ ਸਿੱਖ ਧਰਮ ਨੂੰ ਵੱਖਰੀ ਪਹਿਚਾਣ ਨਾਲ ਪ੍ਰਵਾਨ ਕਰਦਾ ਹੈ ਅਤੇ ਇਸ ਨੂੰ ਸੰਸਾਰ ਦਾ 5ਵਾਂ ਵੱਡਾ ਧਰਮ ਮੰਨਦਾ ਹੈ ਜੀ। ਉਹ ਹੁਣ ਗੱਲ ਜਿਹੜੀ ਆਪਣੇ ਵਿਸ਼ੇ ਵੱਲ ਆਈਏ ਜੀ, ਭਈ ਇਹ ਜਿਹੜੀ ਸਮੱਸਿਆ ਬਾਰੇ ਆਪਾਂ ਜ਼ਿਕਰ ਕਰ ਰਹੇ ਹਾਂ, ਇਹ ਸਿਰਫ ਸਾਡੀ ਕੌਮ ਦੇ ਸਾਹਮਣੇ ਨਹੀਂ ਆਈ। ਧਰਮ ਗ੍ਰੰਥਾਂ ਦੇ ਉਤਾਰਿਆਂ ਵੇਲੇ ਪਾਠ ਭੇਦਾਂ ਦੀ ਸਮੱਸਿਆ ਬਾਕੀ ਧਰਮਾਂ ਵਿੱਚ ਵੀ ਸਮੇਂ-ਸਮੇਂ ਆਉਂਦੀ ਰਹੀ ਹੈ। ਬਾਈਬਲ ਦੇ ਅਨੁਵਾਦ ਅਤੇ ਪਾਠ ਸੁਧਾਈ ਵੇਲੇ ਵੀ ਇਹ ਸਮੱਸਿਆ ਆਈ। ਇੱਕ ਵਾਰੀ ਪਾਦਰੀਆਂ ਨੇ 500 ਅੰਜੀਲਾਂ ਇਕੱਠੀਆਂ ਕੀਤੀਆਂ। ਜਦੋਂ ਇੱਕ ਦੂਸਰੇ ਨਾਲ ਮਿਲੀਆਂ ਤਾਂ 8000 ਸ਼ਬਦ, ਉਹਨਾਂ ਵਿੱਚ 8000 ਸ਼ਬਦਾਂ ਦਾ ਅੰਤਰ ਸੀ। ਉਹਨਾਂ ਵਿਦਵਾਨਾਂ ਨੇ, ਕੌਮ ਦੇ ਦਰਦੀਆਂ ਨੇ, ਇਹਨਾਂ ਸਾਰੀਆਂ ਵਿੱਚੋਂ ਇੱਕ ਕਾਪੀ ਰੱਖ ਕੇ ਬਾਕੀ ਸਭ ਨੂੰ ਅਗਨ ਭੇਟ ਕਰ ਦਿੱਤਾ। ਇਹ ਸਾਰਾ ਕੁਝ ਇੰਟਰਨੈਟ ਤੇ ਆਪ ਜੀ ਵੇਖ ਸਕਦੇ ਹੋ। ਇਸੇ ਤਰ੍ਹਾਂ ਇਸਲਾਮ ਦੇ ਤੀਜੇ ਖਲੀਫੇ ਹਜ਼ਰਤ ਉਸਮਾਨ ਬਿਨ ਅਫਾਨ ਦੇ ਧਿਆਨ ਵਿੱਚ ਆਇਆ ਕਿ ਕੁਰਾਨ ਦੀਆਂ ਹੱਥ ਲਿਖਤਾਂ ਵਿੱਚ ਕਈ ਪਾਠ ਭੇਦ ਹਨ, ਤਾਂ ਉਹਨਾਂ ਨੇ ਵੀ ਇੱਕ ਪ੍ਰਮਾਣਿਕ ਲਿਖਤ ਨੂੰ ਰੱਖ ਕੇ ਬਾਕੀ ਸਭ ਨੂੰ ਅਗਨ ਭੇਟ ਕਰ ਦਿੱਤਾ। ਸੋ ਸਿਆਣੀਆਂ ਕੌਮਾਂ ਦੇ ਵਿਦਵਾਨ ਇਕੱਤਰ ਹੋ ਕੇ ਇਹੋ ਜਿਹੇ ਮਸਲਿਆਂ ਨੂੰ ਹੱਲ ਕਰ ਲਿਆ ਕਰਦੇ ਸਨ, ਪਰੰਤੂ ਸਾਡੀ ਕੌਮ ਦੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਆਪਣੇ ਠੀਕ ਕੀਤੇ ਹੋਏ ਕਾਰਜਾਂ ਨੂੰ ਵੀ ਸਿਆਸੀ ਕਾਰਨਾਂ ਅਤੇ ਡੇਰਾਵਾਦ ਦੇ ਪ੍ਰਭਾਵ ਥੱਲੇ ਪੁੱਠਾ ਗੇੜਾ ਦੇ ਦਿੱਤਾ। ਉਦਾਹਰਨ ਵਜੋਂ
ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕੀਤਾ ਗਿਆ ਹੋਇਆ ਸੀ। ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨ ਹੋਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਵਾਨ ਹੋਇਆ ਸੀ। ਪਰ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਉਹਦੇ ਵਿੱਚ ਕਿੱਦਾਂ ਮੈਸਅਪ ਕਰ ਦਿੱਤਾ ਗਿਆ, ਉਹਨੂੰ ਪੁੱਠਾ ਗੇੜਾ ਦੇ ਦਿੱਤਾ ਗਿਆ। ਰਾਗਮਾਲਾ ਅਤੇ ਹੋਰ ਬਹੁਤ ਸਾਰੇ ਮਸਲੇ ਜਿਹੜੇ ਨੇ ਉਹਨਾਂ ਨੂੰ ਉੱਤੇ ਵੀ ਇਸ ਤਰ੍ਹਾਂ ਹੀ ਕੋਈ ਗੰਭੀਰ ਚਰਚਾ ਨਹੀਂ ਕੀਤੀ ਗਈ। ਉਹਨਾਂ ਨੂੰ ਠੀਕ ਕੀਤੀਆਂ ਹੋਈਆਂ ਗੱਲਾਂ ਨੂੰ ਵੀ ਪੁੱਠੇ ਪਾਸੇ ਨੂੰ ਲਿਆਇਆ ਗਿਆ। ਗੁਰਬਾਣੀ ਦੀ ਰਚਨਾ ਕਿਵੇਂ ਹੋਈ? ਇਹ ਤੁਰਕੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪ ਲਿਖਣੀ ਆਰੰਭ ਕੀਤੀ, ਜਿਸ ਨੂੰ ਕਿ ਲਿਖ ਕੇ ਉਹ ਸਦਾ ਆਪਣੇ ਕੋਲ ਰੱਖਿਆ ਕਰਦੇ ਸਨ। ਇਸ ਦੀਆਂ ਉਦਾਹਰਨਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਆਪਾਂ ਵੇਖ ਸਕਦੇ ਹਾਂ। ਗੁਰਿਆਈ ਸੌਂਪਣ ਵੇਲੇ ਉਹਨਾਂ ਨੇ ਇਹ ਬਾਣੀ ਸਤਿਗੁਰੂ ਅੰਗਦ ਸਾਹਿਬ ਜੀ ਨੂੰ ਸੌਂਪੀ। ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਲਿਖੀ ਹੋਈ ਬਾਣੀ ਸਮੇਤ ਇਹ ਸਮੁੱਚੀ ਬਾਣੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੌਂਪੀ। ਗੁਰੂ ਅਮਰਦਾਸ ਜੀ ਨੇ ਆਪਣੀ ਲਿਖੀ ਹੋਈ ਬਾਣੀ ਇਸ ਵਿੱਚ ਸ਼ਾਮਲ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਨੂੰ ਗੁਰਾਈ ਬਖਸ਼ਿਸ਼ ਕਰਨ ਵੇਲੇ ਸੌਂਪੀ ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਜੀ ਨੇ ਆਪਣੀ ਬਾਣੀ ਸਮੇਤ ਇਹ ਬਾਣੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਜ਼ੂਰ ਨੂੰ ਸੌਂਪੀ। ਧੰਨ ਗੁਰੂ ਅਰਜਨ ਦੇਵ ਜੀ ਨੇ 5 ਸਤਿਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟ ਸਾਹਿਬਾਨ ਤੇ ਗੁਰਸਿੱਖਾਂ ਦੀ ਬਾਣੀ ਨੂੰ ਵੀ ਸਨਮਾਨ ਦੇ ਕੇ ਇਕੱਤਰ ਕੀਤਾ। ਆਓ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਸੰਖੇਪ ਇਤਿਹਾਸ ਤੇ ਛਾਤੀ ਮਾਰੀਏ। ਕਾਰਨ ਜਿਹੜਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਜ਼ੂਰ ਨੇ ਉਸ ਵੇਲੇ ਦੇ ਪ੍ਰਮੁੱਖ ਸਿੱਖਾਂ ਨਾਲ ਵਿਚਾਰ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਬਈ ਸਾਰੀ ਬਾਣੀ ਨੂੰ ਸੰਪਾਦਿਤ ਕਰਕੇ ਇੱਕ ਗ੍ਰੰਥ ਦੇ ਰੂਪ ਵਿੱਚ ਐਡਿਟ ਕਰਕੇ ਉਹਨੂੰ ਸੰਪਾਦਿਤ ਕਰ ਲਿਆ ਜਾਵੇ। ਕਾਰਨ ਉਹਦੇ ਵਿੱਚ ਇਹ ਸੀ ਭਈ ਕੱਚੀ ਬਾਣੀ ਦਾ ਪ੍ਰਸਾਰ ਉਸ ਵੇਲੇ ਬਹੁਤ ਹੋਣਾ ਪ੍ਰਾਰੰਭ ਹੋ ਗਿਆ ਸੀ। ਸਤਿਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਗੁਰੂ ਘਰ ਦੇ ਦੋਖੀਆਂ ਵੱਲੋਂ ਤੁਰਕੀ ਬਾਣੀ ਦੇ ਮੁਕਾਬਲੇ ਨਾਨਕ ਨਾਂ ਦੇ ਛਾਪ ਥੱਲੇ ਕੱਚੀ ਬਾਣੀ ਲਿਖਣੀ ਆਰੰਭ ਕਰ ਦਿੱਤੀ ਗਈ ਸੀ। ਇਸ ਵਿੱਚ ਸਭ ਤੋਂ ਵੱਡਾ ਰੋਲ ਪ੍ਰਿਥੀ ਚੰਦ ਜੀ ਦਾ, ਜਿਸ ਪੁੱਤਰ ਮਿਹਰਬਾਨ ਅਤੇ ਹੋਰ ਬਹੁਤ ਸਾਰੇ ਦੋਖੀਆਂ ਦਾ ਸੀਗਾ। ਉਹਨਾਂ ਨੇ ਸੰਗਤ ਵਿੱਚ ਭੰਬਰ ਭੂਸਾ ਖੜਾ ਕਰਨ ਲਈ ਭੋਲੀ ਭਾਲੀ ਸੰਗਤ ਵਿੱਚ ਇਸ ਦਾ ਪ੍ਰਚਾਰ ਕਰਨਾ ਵੀ ਆਰੰਭ ਕਰ ਦਿੱਤਾ। ਕੱਚੀ ਬਾਣੀ ਦੀਆਂ ਬਹੁਤ ਸਾਰੀਆਂ ਵੰਨਗੀਆਂ ਕਈ ਹੱਥ ਲਿਖਤ ਪੀੜਾਂ ਵਿੱਚ ਸ਼ਾਮਲ ਹੋਈਆਂ ਵੀ ਮਿਲਦੀਆਂ ਹਨ, ਜਿਵੇਂ ਕਿ ਪ੍ਰਾਣ ਸੰਗਲੀ, ਸੰਸਰਨਾਮਾ ਅਤੇ ਹੋਰ ਬਹੁਤ ਸਾਰੀਆਂ ਬਾਣੀਆਂ ਜਿਹਦਾ ਆਪ ਜੀ ਨੂੰ ਭਲੀ ਭਾਂਤ ਪਤਾ ਹੈ। ਗੁਰਬਾਣੀ ਦੀ ਸੰਪਾਦਨਾ ਕੱਚੀ ਬਾਣੀ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਜ਼ੂਰ ਜੀ ਨੇ ਭਾਈ ਗੁਰਦਾਸ ਜੀ ਵਰਗੇ ਪ੍ਰਮੁੱਖ ਗੁਰਸਿੱਖਾਂ ਨਾਲ ਵਿਚਾਰ ਵਟਾਂਦਰਾ ਕਰਕੇ ਸਾਰੀ ਬਾਣੀ ਨੂੰ ਇੱਕ ਵਿਧੀਵਤ ਤਰੀਕੇ ਨਾਲ ਸੰਪਾਦਿਤ ਕਰਕੇ ਧਰਮ ਗ੍ਰੰਥ ਰੂਪ ਵਿੱਚ ਤਿਆਰ ਕਰਨ ਦਾ ਕਾਰਜ ਆਰੰਭਿਆ, ਤਾਂ ਕਿ ਸਮੁੱਚੀ ਤੁਰਕੀ ਬਾਣੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਸੌਂਪੀ ਜਾ ਸਕੇ। ਹੋਰ ਭਗਤ ਸਾਹਿਬਾਨ ਜਿਨ੍ਹਾਂ ਦੀ ਬਾਣੀ ਸਿੱਖੀ ਸਿਧਾਂਤਾਂ ਨਾਲ ਮੇਲ ਖਾਂਦੀ ਸੀ ਇਕੱਤਰ ਕੀਤੀ ਗਈ ਅਤੇ ਦੂਸਰੀਆਂ ਸਟੇਟਾਂ ਦੀਆਂ ਭਾਸ਼ਾਵਾਂ ਵਿੱਚ ਰਚੀ ਹੋਈ ਬਾਣੀ ਦਾ ਲਿਪੀ ਅੰਤਰਣ ਕੀਤਾ ਗਿਆ। ਭਾਵ ਉਹਨਾਂ ਨੂੰ ਉਹ ਜਿਹੜੀਆਂ ਵੱਖੋ ਵੱਖਰੀਆਂ ਮਤਲਬ ਭਾਸ਼ਾਵਾਂ ਵਿੱਚ ਲਿਪੀਆਂ ਵਿੱਚ ਲਿਖੀਆਂ ਹੋਈਆਂ ਸੀਗੀਆਂ। ਮਸਲਨ ਬਾਬਾ ਫਰੀਦ ਜੀ ਦੀ ਬਾਣੀ ਜਿਹੜੀ ਆ ਉਹ ਸ਼ਾਹਮੁਖੀ ਵਿੱਚ ਸੀਗੀ। ਭਗਤ ਕਬੀਰ ਜੀ ਦੀ ਬਾਣੀ ਆ, ਹੋਰ ਭਗਤਾਂ ਦੀ ਬਾਣੀਆਂ ਵੱਖੋ ਵੱਖਰੀਆਂ ਲਿਪੀਆਂ ਵਿੱਚ ਸੀ। ਸੱਚੇ ਪਾਤਸ਼ਾਹ ਹਜ਼ੂਰ ਨੇ ਉਹਨਾਂ ਸਾਰੀਆਂ ਬਾਣੀਆਂ ਨੂੰ ਗੁਰਮੁਖੀ ਲਿਪੀ ਵਿੱਚ ਉਹਨਾਂ ਦਾ ਲਿਪੀ ਅੰਤਰਣ ਕੀਤਾ। ਸਮੇਂ ਦੇ ਮਹਾਨ ਵਿਦਵਾਨ, ਸਿੱਖੀ ਸਿਧਾਂਤ ਨੂੰ ਭਰੀ ਭਾਤ ਸਮਝਣ ਵਾਲੇ ਅਤੇ ਸਿਦਕ ਭਰੋਸੇ ਵਾਲੇ 11 ਭੱਟ ਸਾਹਿਬਾਨ ਦੀ ਬਾਣੀ ਵੀ ਇਕੱਤਰ ਕੀਤੀ। 3 ਗੁਰਸਿੱਖ ਭਾਈ ਸੱਤਾ ਜੀ, ਭਾਈ ਬਲਵੰਡ ਜੀ ਅਤੇ ਭਾਈ ਸੁੰਦਰ ਜੀ, ਜੋ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਸਨ, ਦੀ ਬਾਣੀ ਵੀ ਇਕੱਤਰ ਕੀਤੀ ਗਈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਿੱਚ 5 ਸਤਿਗੁਰੂ ਸਾਹਿਬਾਨ, 15 ਭਗਤਾਂ, 11 ਭੱਟ ਸਾਹਿਬਾਨ ਤੇ 3 ਗੁਰਸਿੱਖਾਂ ਦੀ ਬਾਣੀ ਦਰਜ ਕੀਤੀ, ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ। ਸਮੁੱਚੀ ਬਾਣੀ ਲਈ ਇੱਕ ਨਿਵੇਕਲੀ ਗੁਰਬਾਣੀ ਵਿਆਕਰਣ ਤਿਆਰ ਕੀਤੀ ਗਈ। ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਲਿਖ ਕੇ ਉਸਨੂੰ ਇੱਕ ਤਰਤੀਬ ਦਿੱਤੀ ਅਤੇ ਸਾਰਾ ਲਿਖਣ ਕਾਰਜ ਭਾਈ ਗੁਰਦਾਸ ਜੀ ਕੋਲੋਂ ਕਰਵਾਇਆ ਗਿਆ।
ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਬਾਬਾ ਫਰੀਦ ਜੀ ਦੀ ਬਾਣੀ ਸੀ, ਬਾਕੀ ਭਗਤਾਂ ਦੀ ਬਾਣੀ ਸੀ, ਉਹ ਸਾਰੀ ਨੂੰ ਗੁਰਬਾਣੀ ਵਿਆਕਰਨ ਵਿੱਚ ਢਾਲਿਆ ਗਿਆ, ਲਿਪਿਅੰਤਰਨ ਕੀਤਾ ਗਿਆ, ਰਾਗਾਂ ਅਨੁਸਾਰ ਉਹਨੂੰ ਇੱਕ ਤਰਤੀਬ ਦਿੱਤੀ ਗਈ, ਤੇ ਫਿਰ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਰਾ ਕਾਰਜ ਜਿਹੜਾ ਹੈ ਉਹ ਆਰੰਭ ਕੀਤਾ। ਸ੍ਰੀ ਰਾਮਸਰ ਸਾਹਿਬ ਜੀ ਦੇ ਸਥਾਨ ਤੇ ਇਸ ਕਾਰਜ ਨੂੰ 1601 ਤੋਂ ਲੈ ਕੇ 1604 ਤੱਕ 4 ਸਾਲਾਂ ਦਾ ਸਮਾਂ ਲੱਗਿਆ, ਜਿਵੇਂ ਕਿ ਵਿਦਵਾਨਾਂ ਨੇ ਜਗ੍ਹਾ ਜਗ੍ਹਾ ਇਸ ਦੇ ਬਾਰੇ ਜ਼ਿਕਰ ਕੀਤਾ ਹੋਇਆ ਹੈ। ਇਹ ਸਾਰਾ ਗੱਲਾਂ ਮੈਂ ਪਹਿਲਾਂ ਕਰ ਚੁੱਕਿਆ ਹਾਂ। ਭਾਦੋਂ ਸੁਦੀ 1 ਸੰਮਤ 1661 ਸਨ 1604 ਨੂੰ ਜਦੋਂ ਇਹ ਕਾਰਜ ਸੰਪੂਰਨ ਹੋ ਗਿਆ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਜੀ ਨੇ ਆਪ ਆਪਣੇ ਸੀਸ ਤੇ ਲਿਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਦਾ ਪ੍ਰਕਾਸ਼ ਕੀਤਾ। ਬਾਅਦ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਦਮਦਮਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਮੌਜੂਦ ਆ ਅਸਥਾਨ ਦੇ ਉੱਤੇ ਥਾਂ ਪੁਰ ਥਾਂ ਜਿੱਥੇ ਜਿੱਥੇ ਵੀ ਉਹਨਾਂ ਨੇ ਲੋੜ ਸਮਝੀ, ਜਿੱਥੇ ਉੱਥੇ ਉਹ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰ ਦਿੱਤਾ। ਇਸ ਦੇ ਬਾਰੇ ਵੱਖ-ਵੱਖ ਵਿਦਵਾਨਾਂ ਨੇ ਇਸ ਦੇ ਹਵਾਲੇ ਦਿੱਤੇ ਹੋਏ ਨੇ। ਆਪਣਾ ਗਿਆਨੀ ਹਰਬੰਸ ਸਿੰਘ ਜੀ ਨੇ ਆਪਣੇ ਟੀਕੇ ਵਿੱਚ, ਪ੍ਰਿੰਸੀਪਲ ਹਰਭਜਨ ਸੁਨਾ ਨੇ ਆਪਣੀ ਪੁਸਤਕ ਗੁਰਬਾਣੀ ਸੰਪਾਦਨ ਨਿਰਣੈ ਵਿੱਚ ਵੀ ਇਹਦਾ ਜ਼ਿਕਰ ਕੀਤਾ, ਤੇ ਹੋਰ ਵਿਦਵਾਨਾਂ ਨੇ ਡਾਕਟਰ ਰਤਨ ਸਿੰਘ ਜੱਗੀ ਉਹਨਾਂ ਨੇ ਆਪਣੇ ਵਿਸ਼ਵਕੋਸ਼ ਦੇ ਵਿੱਚ ਇਹਦਾ ਜ਼ਿਕਰ ਕੀਤਾ, ਤੇ ਹੋਰ ਵਿਦਵਾਨਾਂ ਨੇ ਵੀ ਇਹਦੇ ਬਾਰੇ ਗੱਲ ਕੀਤੀ ਹੋਈ ਹੈ। ਕਿਸੇ ਬੀੜ ਨੂੰ ਆਪਾਂ ਦਮਦਮੀ ਬੀੜ ਕਹਿੰਦੇ ਹਾਂ ਜੀ। ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 6 ਅਕਤੂਬਰ 1760 ਈਸਵੀ ਨੂੰ ਆਪਣੇ ਜੋਤੀ ਜੋਤ ਸਮਾਉਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸੇ ਸਰੂਪ ਨੂੰ ਬਕਾਇਦਾ ਗੁਰਾਈ ਬਖਸ਼ਿਸ਼ ਕੀਤੀ ਹੋਈ ਸੀ, ਦਿੱਤੀ, ਔਰ ਇਸ ਦਾ ਜ਼ਿਕਰ ਵੀ ਭੱਟਵਈਆਂ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਜੀ। ਇਸ ਦਾ ਵਿਸਤਾਰ ਸਹਿਤ ਜ਼ਿਕਰ ਭੱਟਵਹੀ ਤਲੰਡਾ ਪਰਗਨਾ ਜੀਂਦ ਨੇ ਆਪਣੀ ਵਹੀ ਵਿੱਚ ਕੀਤਾ ਹੋਇਆ ਹੈ। ਇਹਨਾਂ ਭੱਟਵਈਆਂ ਦੀ ਖੋਜ ਗਿਆਨੀ ਗਰਜਾ ਸਿੰਘ ਜੀ ਨੇ ਕੀਤੀ, ਜੋ ਕਿ ਸਿੰਘ ਬ੍ਰਦਰ ਵੱਲੋਂ ਛਾਪੀ ਗਈ ਹੈ ਜੀ। ਉਹ ਬਦਕਿਸਮਤੀ ਨੂੰ ਹੁਣ ਇਹ ਸਰੂਪ ਵੀ ਸਾਡੇ ਕੋਲ ਉਪਲਬਧ ਨਹੀਂ ਹੈ, ਅਤੇ ਨਾ ਹੀ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਸਰੂਪ ਵੀ ਸਾਡੇ ਕੋਲ ਮੌਜੂਦ ਹੈ। ਇਸ ਬਾਰੇ ਆਪਾਂ ਅੱਗੇ ਜਾ ਕੇ ਪ੍ਰਮਾਣਾ ਸਹਿਤ ਵਿਚਾਰ ਨਾਲ ਜ਼ਿਕਰ ਕਰਾਂਗੇ। ਇੱਥੇ ਮੈਂ ਇੱਕ ਚਾਰਟ ਬਣਾਇਆ ਜੀ, ਜਿਹਦੇ ਵਿੱਚ ਜੋ ਸਮੇਂ ਹੋਇਆ ਸਾਰੀ ਦਾ ਜ਼ਿਕਰ ਕੀਤਾ ਹੋਇਆ ਜੀ। ਔਰ ਥੋੜਾ ਜਿਹਾ ਆਪਾਂ ਗੁਰੂ ਸ੍ਰੀ ਗ੍ਰੰਥ ਸਾਹਿਬ ਦੇ ਹੱਥ ਲਿਖਤ ਉਤਾਰਿਆਂ ਬਾਰੇ ਗੱਲ ਕਰ ਲਈਏ ਜੀ। ਪਹਿਲ ਤਾਂ ਗੁਰਸਿੱਖਾਂ ਨੂੰ ਗੁਰਬਾਣੀ ਦੀ ਲਿਖਾਈ, ਗੁਰਬਾਣੀ ਵਿਆਕਰਨ ਤੇ ਸ਼ਬਦ ਜੋੜਾਂ ਦਾ ਪੂਰਨ ਗਿਆਨ ਸੀ, ਜਿਸ ਕਾਰਨ ਅਸ਼ੁੱਧੀਆਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਹੁੰਦੀ ਸੀ। ਉਸ ਦੀ ਪ੍ਰੂਫ ਰੀਡਿੰਗ ਵੇਲੇ ਹਾਸ਼ੀਏ ਦੇ ਬਾਹਰ ਉਸਨੂੰ ਚਰਖੜੀ ਦਾ ਨਿਸ਼ਾਨ ਬਣਾ ਕੇ ਠੀਕ ਕਰਕੇ ਲਿਖ ਵੀ ਦਿੱਤਾ ਜਾਂਦਾ ਸੀ, ਅਤੇ ਗਲਤੀ ਉੱਤੇ ਹੜਤਾਲ ਫੇਰ ਦਿੱਤੀ ਜਾਂਦੀ ਸੀ। ਲੇਕਿਨ ਸਮੇਂ ਨਾਲ ਜਿਉਂ-ਜਿਉਂ ਬੀੜਾ ਦੀ ਮੰਗ ਵਧਣ ਲੱਗੀ ਤਾਂ ਬਹੁਤ ਸਾਰੇ ਲਿਖਾਰੀਆਂ ਨੇ ਇਸ ਨੂੰ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾ ਲਿਆ, ਤੇ ਉਤਾਰੇ ਕਰਨ ਵੇਲੇ ਆਈਆਂ ਅਸ਼ੁੱਧੀਆਂ ਨੂੰ ਦੁਬਾਰਾ ਸੋਧਣ ਦੀ ਪਰੰਪਰਾ ਬਿਲਕੁਲ ਹੀ ਖਤਮ ਹੋ ਗਈ। ਇਸੇ ਕਾਰਨ ਪਾਠ ਭੇਦਾਂ ਦੀ ਸੂਚੀ ਲੰਬੀ ਹੁੰਦੀ ਚਲੀ ਗਈ। ਵਪਾਰੀ ਬਿਰਤੀ ਕਾਰਨ ਬਹੁਤ ਸਾਰੇ ਲਿਖਾਰੀਆਂ ਵੱਲੋਂ ਸੁੰਦਰਤਾ ਵੱਲ ਜ਼ਿਆਦਾ ਧਿਆਨ ਦਿੱਤਾ ਜਾਣ ਲੱਗਾ, ਇੱਥੋਂ ਤੱਕ ਕਿ ਬਹੁਤ ਸਾਰੀਆਂ ਬੀੜਾਂ ਤਾਂ ਨਕਾਸ਼ਾਂ ਪਾਸੋਂ ਲਿਖਵਾਈਆਂ ਗਈਆਂ, ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ, ਅਤੇ ਅਸੀਂ ਉਹਨਾਂ ਉੱਤੇ ਹੀ ਅੱਜ ਵਿਚਾਰ ਚਰਚਾ ਕਰ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਉਤਾਰਿਆਂ ਵਿੱਚ ਅਸੀਂ 5 ਬੀੜਾਂ ਤੇ ਵਿਸ਼ੇਸ਼ ਚਰਚਾ ਕਰਾਂਗੇ। 3 ਪ੍ਰਮੁੱਖ ਬੀੜਾਂ ਦੀ ਸ਼੍ਰੇਣੀ ਜਿਨ੍ਹਾਂ ਦੀ ਆਮ ਤੌਰ ਤੇ ਚਰਚਾ ਕੀਤੀ ਜਾਂਦੀ ਹੈ। 2 ਪ੍ਰਮੁੱਖ ਬੀੜਾਂ ਜੋ ਮੂਲ ਬੀੜ ਦਾ ਉਤਾਰਾ ਹਨ, ਪਰ ਚਰਚਾ ਵਿੱਚ ਨਹੀਂ ਹਨ। ਸਮੇਂ-ਸਮੇਂ ਇਹਨਾਂ ਬੀੜਾਂ ਦੇ ਹੀ ਅੱਗੋਂ ਬੇਅੰਤ ਉਤਾਰੇ ਹੁੰਦੇ ਰਹੇ। ਇਹਨਾਂ ਵਿੱਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ 3 ਬੀੜਾਂ ਪ੍ਰਮੁੱਖ ਹਨ। ਕਰਤਾਰਪੁਰ ਸਾਹਿਬ ਵਾਲੀ ਬੀੜ, ਭਾਈ ਬੰਨੋ ਜੀ ਵਾਲੀ ਬੀੜ, ਜਿਸ ਨੂੰ ਆਪਾਂ ਖਾਰੀ ਬੀੜ ਵੀ ਕਹਿੰਦੇ ਹਾਂ, ਦਮਦਮੀ ਬੀੜ, ਜਿਸ ਨੂੰ ਮੈਂ ਪਹਿਲਾਂ ਜ਼ਿਕਰ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਿਆਈ ਬਖਸ਼ੀ।
ਇਸ ਵਿੱਚ ਕਰਤਾਰਪੁਰ ਸਾਹਿਬ ਵਾਲੀ ਬੀੜ ਨੂੰ ਬਹੁਤ ਲਿਖਤਾਂ ਵਿੱਚ ਆਧਾਰ ਬਣਾਇਆ ਗਿਆ ਤੇ ਉਸ ਦੇ ਬਹੁਤ ਉਤਾਰੇ ਹੋਏ। ਇਹ ਜ਼ਰੂਰੀ ਹੋ ਜਾਂਦਾ ਹੈ ਸਪੀਡ ਦੀ ਮੌਲਿਕਤਾ ਅਥਵਾ ਅਸਲੀਅਤ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ। ਇਹ ਗੱਲ ਪ੍ਰਤੱਖ ਹੈ ਕਿ ਕਰਤਾਰਪੁਰੀ ਬੀੜ ਉਹ ਅਸਲ ਬੀੜ ਨਹੀਂ ਹੈ ਜਿਹੜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਭਾਈ ਗੁਰਦਾਸ ਜੀ ਕੋਲੋਂ ਲਿਖਵਾਈ ਸੀ। ਇਸ ਬਾਰੇ ਡਾਕਟਰ ਪਿਆਰ ਸਿੰਘ ਜੀ ਨੇ ਆਪਣੀ ਪੁਸਤਕ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸਥਾਰ ਸਹਿਤ ਜ਼ਿਕਰ ਕੀਤਾ ਹੋਇਆ ਹੈ। ਜਿਸ ਵੀਰ ਨੇ ਵੀ ਇਹ ਪੁਸਤਕ ਪੜ੍ਹਨੀ ਹੋਵੇ, ਅਸੀਂ ਸਿੱਖ ਬੁੱਕ ਕਲੱਬ ਦੇ ਉੱਤੇ ਇਹ ਪੁਸਤਕ ਪਾਈ ਹੋਈ ਆ, ਉੱਥੋਂ ਉਹਦਾ ਉਤਾਰਾ ਵੀ ਕਰ ਸਕਦਾ, ਉੱਥੇ ਜਾ ਕੇ ਉਹ ਪੜ੍ਹ ਵੀ ਸਕਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਜੀ ਦਾ ਇੱਕ ਪੱਤਰ ਜੋ ਇਸੇ ਪੁਸਤਕ ਦੇ ਅੰਤਕਾ ਵਿੱਚ ਦਿੱਤਾ ਹੋਇਆ ਹੈ, ਉਸਨੂੰ ਵੀ ਵਾਚਿਆ ਜਾ ਸਕਦਾ ਹੈ। ਉਹ ਵੀ ਇਸੇ ਸੰਬੰਧ ਕਰਤਾਰਪੁਰ ਬੀੜ ਦੇ ਸੰਬੰਧ ਵਿੱਚ ਹੈਗਾ ਜੀ। ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਜਾਚਕ ਅਤੇ ਜੀਵੀ ਸਿੰਘ ਆਦਿ ਹੋਰ ਵਿਦਵਾਨਾਂ ਨੇ ਵੀ ਆਪਣੀਆਂ ਪੁਸਤਕਾਂ ਵਿੱਚ ਇਸ ਬਾਰੇ ਵਿਸਥਾਰ ਸਹਿਤ ਜ਼ਿਕਰ ਕੀਤਾ ਹੋਇਆ ਹੈ ਜੀ। ਇਸ ਬੀੜ ਦੀਆਂ ਕੁਝ ਤਸਵੀਰਾਂ ਨਾਲ ਉਕਾਈਆਂ ਸਪਸ਼ਟ ਹੋ ਜਾਣਗੀਆਂ। ਪਰੰਪਰਾ ਅਨੁਸਾਰ ਮੰਨੀ ਜਾਂਦੀ ਕਰਤਾਰਪੁਰੀ ਬੀੜ ਦੇ ਤਖਤੇ ਦੀ ਤਸਵੀਰ ਤੁਸੀਂ ਧਿਆਨ ਨਾਲ ਵੇਖੋਗੇ। ਹਾਸ਼ੀਏ ਦੇ ਸੱਜੇ ਪਾਸੇ ਇੱਕ ਇੰਦਰਾਜ ਦਿੱਤਾ ਹੋਇਆ ਹੈ, ਜਿਸ ਵਿੱਚ ਸ਼ਿਵਨਾਭ ਰਾਜੇ ਕੀ ਦਾ ਜ਼ਿਕਰ ਕੀਤਾ ਹੋਇਆ ਹੈ। ਥੱਲੇ ਵੇਖੋਗੇ ਰਾਗਮਾਲਾ ਤਥਾ ਸਿੰਗਲਾ ਦੀਪ ਉਹਦਾ ਵੀ ਇੱਕ ਮਤਲਬ ਐਂਟਰੀ ਪਾਈ ਹੋਈ ਹੈ ਜੀ। ਹੁਣ ਗੱਲ ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਵਾਂ ਉਹ ਇਹ ਆ, ਜਦੋਂ ਵੀ ਕੋਈ ਧਰਮ ਗ੍ਰੰਥ ਜਾਂ ਕੋਈ ਵੀ ਆਮ ਪੁਸਤਕ ਵੀ ਲਿਖੀ ਜਾਂਦੀ ਆ ਤਾਂ ਪਹਿਲਾਂ ਉਹਦੀ ਸਮੱਗਰੀ ਜਿਹੜੀ ਆ ਉਹਨੂੰ ਤਰਤੀਬ ਦਿੱਤੀ ਜਾਂਦੀ ਆ, ਉਹ ਸਾਰੀ ਸਮੱਗਰੀ ਲਿਖੀ ਜਾਂਦੀ ਆ। ਜਦੋਂ ਉਹ ਗ੍ਰੰਥ ਸੰਪੂਰਨ ਹੋ ਜਾਂਦਾ ਹੈ ਜਾਂ ਕੋਈ ਪੁਸਤਕ ਸੰਪੂਰਨ ਹੋ ਜਾਂਦੀ ਆ ਤਾਂ ਫਿਰ ਉਹਦਾ ਤਤਕਰਾ ਜਿਹੜਾ ਹੈ ਉਹ ਬਾਅਦ ਵਿੱਚ ਬਣਾਇਆ ਜਾਂਦਾ ਹੈ ਉਹਦੀ ਅੰਦਰਲੀ ਸਮੱਗਰੀ ਦੇ ਅਨੁਸਾਰ। ਪਰ ਇੱਥੋਂ ਦੇਖੋ ਜਿਹੜੀ ਇੰਦਰਾਜ ਇੱਥੇ ਦਿੱਤੇ ਹੋਏ ਨੇ, ਸਰਕਲ ਮਾਰਿਆ ਹੋਇਆ ਲਾਲ, ਧਿਆਨ ਨਾਲ ਦੇਖੋਗੇ ਤੁਸੀਂ, ਇਹਦੇ ਵਿੱਚੋਂ ਜਿਹੜੀ ਸਮੱਗਰੀ ਦਾ ਇੱਥੇ ਜ਼ਿਕਰ ਕੀਤਾ ਹੋਇਆ ਹੈ, ਇੰਦਰਾਜ ਦਿੱਤਾ ਹੋਇਆ ਤਤਕਰੇ ਵਿੱਚ, ਉਹ ਸਾਰੀ ਸਮੱਗਰੀ ਅੰਦਰ ਕਰਤਾਰਪੁਰੀ ਬੀੜ ਵਿੱਚ ਉਪਲਬਧ ਨਹੀਂ ਹੈ। ਸੋ ਇਹ ਇੱਕ ਬਹੁਤ ਵੱਡੀ ਗੱਲ ਜਿਹੜੀ ਆ ਉਹਨੂੰ ਸ਼ੱਕੀ ਬਣਾਉਂਦੀ ਆ ਵੀ ਇਹ ਬੀੜ ਜਿਹੜੀ ਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਜ਼ੂਰ ਕਦੀ ਵੀ ਇਹੋ ਜਿਹੀ ਗਲਤੀ ਹੋਣ ਦੀ ਉਹਨਾਂ ਕੋਲੋਂ ਕਿਤੇ ਸਬਕੌਂਸ਼ੀਅਸ ਮਾਈਂਡ ਵਿੱਚ ਵੀ ਸੋਚਿਆ ਨਹੀਂ ਜਾ ਸਕਦਾ। ਇਹ ਮੈਂ ਇੱਕ ਕਰਤਾਰਪੁਰੀ ਬੀੜ ਦੇ ਪਹਿਲੇ ਪੰਨੇ ਦਾ ਤਸਵੀਰ ਦਿੱਤੀ ਆ, ਉਹਦੇ ਵਿੱਚ ਜਿਹੜਾ ਮੰਗਲਾਚਰਨ ਆ ਉਹ ਕਿਸ ਤਰ੍ਹਾਂ ਦਿੱਤਾ ਗਿਆ ਹੈ। ਅੱਜ ਦੇ ਜਿਹੜੇ ਬਹੁਤ ਸਾਰੇ ਡੇਰਾਵਾਦੀ ਨੇ ਉਹ ਮੰਗਲਾਚਰਨ ਨੂੰ ਮਿਕਸ ਕਰਕੇ ਕਹਿੰਦੇ ਨੇ ਯਾਦ ਸੱਚ ਜੁਗਾਦ ਸੱਚ ਕਰਦੇ ਨੇ। ਇਹਦੇ ਵਿੱਚ ਦੇਖੋ ਜਪ ਦੇ ਦੋ ਡੰਡੀਆਂ ਪਾਈਆਂ ਹੋਈਆਂ ਨੇ ਤੇ ਜਿਹੜਾ ਮੰਗਲਾਚਰਨ ਆ ਉਹ ਗੁਰਪ੍ਰਸਾਦ ਤੱਕ ਦੇ ਕੇ ਤੇ ਉਸ ਤੋਂ ਬਾਅਦ ਜਿਹੜੀ ਕੀਤਾ ਹੈ। ਜਪਜੀ ਸਾਹਿਬ ਦੇ ਆਰੰਭ ਵਿੱਚ ਮੂਲ ਮੰਤਰ ਨੂੰ ਆਦ ਸੱਚ ਜੁਗਾਦ ਸੱਚ ਵਾਲੇ ਸਲੋਕ ਨਾਲੋਂ ਨਿਖੇੜ ਕੇ ਲਿਖਿਆ ਹੋਇਆ, ਜਿਸ ਨੂੰ ਡੇਰਿਆਂ ਵਾਲੇ ਆਮ ਤੌਰ ਤੇ ਇਕੱਠਾ ਕਰਕੇ ਮੂਲ ਮੰਤਰ ਮੰਨਦੇ ਹਨ ਜੀ। ਇੱਕ ਕਰਤਾਰਪੁਰੀ ਬੀੜ ਦੀ ਹੋਰ ਉਕਾਈ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਵਾਂ। ਮੀਰਾ ਬਾਈ ਦਾ ਸ਼ਬਦ ਇਹਦੇ ਵਿੱਚ ਪਾਇਆ ਹੋਇਆ ਜੀ। ਤੇ ਇਹਦੇ ਉੱਤੇ ਨਾ ਕੋਈ ਹੜਤਾਲ ਫੇਰੀ ਹੋਈ ਹੈ ਜੀ ਤੇ ਨਾ ਕੋਈ ਇਹਨੂੰ ਮਟਾਇਆ ਜੀ। ਸਿਰਫ ਇੱਕ ਥੋੜੀਆਂ ਜਿਹੀਆਂ ਲਾਈਨਾਂ ਮਾਰ ਕੇ ਤੇ ਉਹਦੇ ਤੇ ਮਤਲਬ ਇਸ ਤਰ੍ਹਾਂ ਕਾਲੀ ਸ਼ਾਹੀ ਦਾ ਇੱਕ ਸਰਕਲ ਜਿਹਾ ਦੇ ਦਿੱਤਾ ਹੋਇਆ ਹੈ। ਜਦੋਂ ਸੱਚੇ ਪਾਤਸ਼ਾਹ ਹਜ਼ੂਰ ਨੇ ਧੰਨ ਗੁਰੂ ਅਰਜਨ ਦੇਵ ਜੀ ਨੇ ਬੀੜ ਦੀ ਸੰਪਾਦਨਾ ਕੀਤੀ, ਇਹੋ ਜਿਹੀ ਗਲਤੀ ਹੋਣੀ ਜਿੱਦਾਂ ਮੈਂ ਪਹਿਲਾਂ ਕੀਤਾ ਉਹਨਾਂ ਕੋਲੋਂ ਆਸ ਨਹੀਂ ਕੀਤੀ ਜਾ ਸਕਦੀ। ਸੋ ਮੀਰਾ ਬਾਈ ਦਾ ਸ਼ਬਦ ਵੀ ਜਿਵੇਂ ਕਰਤਾਰਪੁਰੀ ਬੀੜ ਵਿੱਚ ਪਿਆ ਹੋਇਆ, ਉਹਦਾ ਵੀ ਮੈਂ ਪੰਨੇ ਦੀ ਤਸਵੀਰ ਆਪ ਨਾਲ ਸਾਂਝੀ ਕਰ ਰਿਹਾ ਤਾਂ ਕਿ ਆਪਾਂ ਨੂੰ ਪਤਾ ਲੱਗੇ ਸਕੇ ਵੀ ਇਹ ਕਰਤਾਰਪੁਰੀ ਬੀੜ ਉਹ ਨਹੀਂ ਹੈ ਜਿਹੜੀ ਕਿ ਹੋਣੀ ਚਾਹੀਦੀ ਹੈ। ਇਹਦਾ ਸਥਾਨ ਵੀ ਜਿਹੜਾ ਰਵਿਦਾਸ ਜੀ ਦੇ ਸ਼ਬਦ ਤੋਂ ਬਾਅਦ ਮੀਰਾ ਬਾਈ ਦਾ ਭਜਨ ਅੰਕਿਤ ਹੈ, ਜੋ ਗੁਰਬਾਣੀ ਵਿੱਚ ਨਹੀਂ ਹੈ ਜੀ। ਉਹ ਇੱਕ ਹੋਰ ਦੇਖੋ ਤੁਸੀਂ, ਕਰਤਾਰਪੁਰੀ ਬੀੜ ਦੇ ਵਿੱਚ ਪਾਣੀ ਦੇ ਉੱਤੇ ਹੀ ਧੀਰਮਲੀਆਂ ਨੇ ਇਸ ਨੂੰ ਪ੍ਰਮਾਣਿਕ ਦਰਸਾਉਣ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਤਸਵੀਰ ਚਿਪਕਾ ਦਿੱਤੀ ਆ, ਜਿਹੜੀ ਕਿ ਗੁਰਬਾਣੀ ਦੇ ਸਿਧਾਂਤਾਂ ਦੇ ਉਲਟਾ ਇਹ ਵੀ ਇਸ ਗੱਲ ਨੂੰ ਸ਼ੱਕੀ ਬਣਾਉਂਦੀ ਹੈ ਜੀ। ਇਹ ਮੈਂ ਗੱਲ ਪਹਿਲਾਂ ਕਰ ਹੀ ਚੁੱਕਿਆ ਜੀ। ਜਦੋਂ ਵੀ ਕੋਈ ਪੁਸਤਕ ਜਾਂ ਗ੍ਰੰਥ ਸੰਪਾਦਿਤ ਕੀਤਾ ਜਾਂਦਾ ਹੈ
ਤਾਂ ਸਾਰੀ ਸਮੱਗਰੀ ਅਥਵਾ ਅਧਿਆਵਾਂ ਨੂੰ ਤਰਤੀਬ ਦੇ ਕੇ ਬਾਅਦ ਵਿੱਚ ਪੰਨਿਆਂ ਦਾ ਨੰਬਰ ਦੇ ਕੇ ਤਤਕਰਾ ਲਿਖਿਆ ਜਾਂਦਾ ਹੈ। ਇੱਥੇ ਜੋ ਕੁਝ ਤਤਕਰੇ ਵਿੱਚ ਦਰਜ ਹੈ ਉਹਨਾਂ ਦਾ ਇੰਦਰਾਜ ਮੂਲ ਗ੍ਰੰਥ ਵਿੱਚ ਕਿਤੇ ਵੀ ਨਹੀਂ ਮਿਲਦਾ। ਇਸੇ ਤਰ੍ਹਾਂ ਇਸ ਬੀੜ ਦੇ ਅੰਦਰ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਗਲਤੀਆਂ ਕੀਤੀਆਂ ਹੋਈਆਂ ਹਨ, ਜਿਵੇਂ ਕਿ ਮੀਰਾਬਾਈ ਦਾ ਸ਼ਬਦ ਲਿਖ ਕੇ ਫਿਰ ਉਸ ਉੱਤੇ ਕਾਂਟੇ ਮਾਰੇ ਹੋਏ ਹਨ। ਇੱਥੋਂ ਤੱਕ ਕਿ ਹੜਤਾਲ ਵੀ ਨਹੀਂ ਫੇਰੀ ਹੋਈ ਕਿ ਅਜਿਹੀ ਅਸ਼ੁੱਧੀ ਰਹਿ ਗਈ ਸੀ ਤਾਂ ਨਵਾਂ ਪੱਤਰਾ ਲਗਾ ਕੇ ਲਿਖਾਈ ਆਰੰਭ ਨਹੀਂ ਸੀ ਕੀਤੀ ਜਾ ਸਕਦੀ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰਮਾਣ ਹਨ ਕਿ ਧੰਨ ਸਤਿਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਮਹਾਨ ਵਿਦਵਾਨ ਕੋਲੋਂ ਆਪਾਂ ਅਜਿਹੀਆਂ ਉਕਾਈਆਂ ਦੀ ਆਸ ਕਰ ਸਕਦੇ ਹਾਂ? ਕਦਾਚਿਤ ਵੀ ਨਹੀਂ। ਜਦੋਂ ਕਿ ਪ੍ਰੂਫ ਰੀਡਿੰਗ ਕਰਦੇ ਹਾਂ, ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੁਦ ਭਾਈ ਗੁਰਦਾਸ ਜੀ ਨੂੰ ਸ਼ੁੱਧ ਅਤੇ ਸ਼ੁੱਧ ਕੀਤੇ ਦੇ ਸੰਕੇਤ ਦਿੱਤੇ ਹੋਏ ਹਨ। ਇੱਥੇ ਮੈਂ ਇੱਕ ਸ਼੍ਰੋਮਣੀ ਕਮੇਟੀ ਨੇ ਜਦੋਂ ਬੀੜ ਦੀ ਛਪਾਈ ਦਾ ਕੰਮ ਆਰੰਭ ਕੀਤਾ ਤਾਂ ਇੱਕ ਮਤਾ ਹੈ 19/8/1952 ਦਾ। ਇਹਦੇ ਵਿੱਚ ਵੀ ਦੇਖੋ ਉਹਨਾਂ ਨੇ ਕਰਤਾਰਪੁਰ ਬੀੜ ਵਾਲੇ ਦਾ ਪਾਠ ਦਿੱਤਾ ਹੋਇਆ ਹੈ ਤੇ ਜਦੋਂ ਉਹਨਾਂ ਨੇ ਇੰਡੀਕੇਸ਼ਨ ਦਿੱਤੀਆਂ ਹੋਈਆਂ ਨੇ, ਭਾਈ ਜਦੋਂ ਹੁਣ ਆਪਾਂ ਬੀੜ ਛਾਪ ਰਹੇ ਹਾਂ ਤਾਂ ਕਿਰਪਾ ਕਰਕੇ ਇਸ ਬੀੜ ਵਿੱਚ ਉਹ ਗਲਤੀਆਂ ਠੀਕ ਕਰ ਲਈਆਂ ਜਾਣ। ਪਹਿਲੀ ਗਲਤੀ ਹੋਈ, ਤੁਸੀਂ ਦੇਖੋ ਕਰਤਾਰਪੁਰ ਬੀੜ ਵਿੱਚ ਲਿਖਿਆ ਹੋਇਆ ਪਾਠ ਹੈਗਾ ਬੁਨਣਾ ਤਤਨਾ, ਤੇ ਜਦੋਂ ਕਿ ਪਾਠ ਹੈਗਾ ਹੈ ਬੁਨਣਾ ਤਨਨਾ। ਹੋਰ ਵੀ ਬਹੁਤ ਸਾਰੀਆਂ ਉਕਾਈਆਂ ਜਿਹੜੀਆਂ ਨੇ, ਮੈਂ ਇੱਕ ਐਗਜ਼ਾਮਪਲ ਉਹ ਦਿੱਤੀ ਹੈ ਵੀ ਇਹ ਜਿਹੜੀਆਂ ਉਕਾਈਆਂ ਨੇ ਇਹ ਵੀ ਕਰਤਾਰਪੁਰੀ ਬੀੜ ਨੂੰ ਸ਼ੱਕੀ ਬਣਾਉਂਦੀਆਂ ਨੇ। ਕਰਤਾਰਪੁਰੀ ਬੀੜ ਨੂੰ ਸ਼੍ਰੋਮਣੀ ਕਮੇਟੀ ਨੇ ਛਪਾਈ ਲਈ ਆਧਾਰ ਮੰਨਿਆ ਹੈ। ਫਿਰ ਕਮੇਟੀ ਵਿੱਚ ਇਹ ਮਤਾ ਕਿਵੇਂ ਪਾਸ ਹੋ ਸਕਦਾ ਹੈ ਕਿ 1952 ਵਾਲੀ ਬੀੜ ਦੀ ਛਪਾਈ ਵੇਲੇ ਕਰਤਾਰਪੁਰੀ ਬੀੜ ਵਿੱਚ ਹੇਠ ਲਿਖੇ ਸ਼ਬਦਾਂ ਨੂੰ ਸੋਧ ਕੇ ਛਾਪਿਆ ਜਾਏ। ਸੋ ਇਹ ਗੱਲ ਵੀ ਸ਼ੱਕੀ ਬਣਾਉਂਦੀ ਹੈ ਕਿ ਜੇ ਇੰਨੀਆਂ ਗਲਤੀਆਂ ਸੱਚੇ ਪਾਤਸ਼ਾਹ ਹਜ਼ੂਰ ਵੱਲੋਂ ਸੰਪਾਦਿਤ ਕੀਤੀ ਗਈ ਬੀੜ ਵਿੱਚ ਕਿਵੇਂ ਹੋ ਸਕਦੀਆਂ ਨੇ? ਕੀ ਗੁਰੂ ਅਰਜਨ ਸੱਚੇ ਪਾਤਸ਼ਾਹ ਹਜ਼ੂਰ ਜੀ ਨੇ ਅਤੇ ਭਾਈ ਗੁਰਦਾਸ ਜੀ ਨੇ ਇਹਨਾਂ ਸ਼ਬਦਾਂ ਦੀ ਸੁਧਾਈ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ? ਸ਼੍ਰੋਮਣੀ ਕਮੇਟੀ ਨੇ ਕਿਹੜੀ ਬੀੜ ਨੂੰ ਆਧਾਰ ਬਣਾ ਕੇ ਗਲਤੀਆਂ ਦੁਰਸਤ ਕੀਤੀਆਂ ਹਨ? ਜੇ ਇਹ ਉੱਥੇ ਗਲਤੀਆਂ ਸੀ ਤਾਂ ਫਿਰ ਸ਼੍ਰੋਮਣੀ ਕਮੇਟੀ ਨੇ ਕਿਹੜੀ ਬੀੜ ਨੂੰ ਆਧਾਰ ਬਣਾਇਆ ਤੇ ਕਿਹੜੀ ਬੀੜ ਨੂੰ ਆਧਾਰ ਬਣਾ ਕੇ ਉਹਨਾਂ ਨੇ ਇਹ ਛਪਾਈ ਕੀਤੀ? ਦੋ ਬਹੁਤ ਹੀ ਪ੍ਰਮਾਣਿਕ ਅਤੇ ਇਤਿਹਾਸਕ ਬੀੜਾਂ ਜੋ ਮੂਲ ਬੀੜ ਦਾ ਉਤਾਰਾ ਹਨ। ਦੋ ਹੱਥ ਲਿਖਤ ਬੀੜਾਂ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਵੇਲੇ ਆਧਾਰ ਸਮੱਗਰੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਮਹਾਨ ਗੁਰਸਿੱਖ ਭਾਈ ਰਾਮ ਰਾਏ ਜੀ ਵੱਲੋਂ ਲਿਖੀ ਬੀੜ, ਇਹਦਾ ਪਿਛੋਕੜ ਇਹ ਆ ਵੀ ਪ੍ਰੋਫੈਸਰ ਮਨਜੀਤ ਸਿੰਘ ਜੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸੀਗੇ, ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ, ਰੈਫਰੈਂਸ ਲਾਇਬ੍ਰੇਰੀ ਵਿੱਚ ਜਿਹੜੀਆਂ ਬਹੁਤ ਕੀਮਤੀ ਹੱਥ ਲਿਖਤ ਬੀੜਾਂ ਸੀਗੀਆਂ, ਸਰਕਾਰ ਉਹਨਾਂ ਨੂੰ ਚੁੱਕ ਕੇ ਲੈ ਗਈ ਜਾਂ ਕੁਝ ਸਮੱਗਰੀ ਨੂੰ ਸਾੜ ਦਿੱਤਾ ਗਿਆ। ਤਾਂ ਉਸ ਵੇਲੇ ਸੁਚੇਤ ਹੁੰਦਿਆਂ ਪ੍ਰੋਫੈਸਰ ਸਾਹਿਬ ਨੇ ਬਹੁਤ ਕੀਮਤੀ ਕੈਮਰੇ ਲੈ ਕੇ ਤੇ ਕੁਝ ਵਿਦਵਾਨ ਸੱਜਣਾ ਨੂੰ ਦੀਆਂ ਸੇਵਾਵਾਂ ਲੈ ਕੇ ਥਾਪੁਰ ਸਾਹਿਬ ਜਿੱਥੇ ਵੀ ਹੱਥ ਲਿਖਤ ਬੀੜਾਂ ਪਈਆਂ ਸੀਗੀਆਂ ਉਹਨਾਂ ਦੇ ਉਤਾਰੇ ਕੀਤੇ, ਉਹਨਾਂ ਨੂੰ ਸਾਂਭਿਆ। ਉਹਦੇ ਵਿੱਚੋਂ ਭਾਈ ਰਾਮ ਰਾਏ ਜੀ ਜਿਹੜੇ ਗੁਰਸਿੱਖ ਸੀਗੇ, ਇਹ ਰਾਮ ਰਾਏ ਜੀ ਦੇਹਰਾਦੂਨ ਵਾਲੇ ਨਹੀਂ, ਮੈਂ ਇੱਥੇ ਇਹ ਦੱਸਣਾ ਚਾਹਾਂਗਾ ਇਹ ਭਾਈ ਰਾਮ ਰਾਏ ਜੀ ਹੋਰ ਗੁਰਸਿੱਖ ਸੀਗੇ। ਉਹਨਾਂ ਵੱਲੋਂ ਇੱਕ ਬੀੜੀ ਲਿਖੀ ਗਈ ਜਿਹੜੀ ਕਿ ਇੱਕ ਡੇਰੇ ਵਿੱਚ ਪਈ ਹੋਈ ਸੀਗੀ। ਉਹ ਸਿੰਘ ਸਾਹਿਬ ਨੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨੂੰ ਨਾਲ ਲੈ ਕੇ ਉਸ ਡੇਰੇ ਵਿੱਚ ਗਏ ਤੇ ਉੱਥੋਂ ਇਹ ਬੀੜ ਲਿਆਂਦੀ ਤੇ ਇਹਦਾ ਸਾਰੇ ਦਾ ਉਤਾਰਾ ਕੀਤਾ। ਬਾਅਦ ਵਿੱਚ ਇਹ ਬੀੜ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਤਖਤ ਸਾਹਿਬ ਦੇ ਉੱਤੇ ਸੌਂਪ ਦਿੱਤੀ, ਪਰ ਅਫਸੋਸ ਕਿ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਇਹ ਬੀੜ ਗਾਇਬ ਕਰ ਦਿੱਤੀ ਗਈ। ਕੀ ਕੀਤਾ ਉਹਨਾਂ ਨੇ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਉਹ ਬੀੜ ਕਿੱਥੇ ਆ, ਵੇਚ ਦਿੱਤੀ ਗਈ, ਕਿੱਥੇ ਰੱਖੀ ਗਈ, ਕਿਸੇ ਨੂੰ ਕੁਝ ਪਤਾ ਨਹੀਂ। ਦੂਜੀ ਬਹੁਤ ਹੀ ਇੰਪੋਰਟੈਂਟ ਬੀੜ ਬਾਬਾ ਬਿਧੀ ਚੰਦ ਜੀ ਵੱਲੋਂ ਲਿਖੀ ਪਾਵਨ ਬੀੜ ਹੈ, ਜੋ ਮੂਲ ਰੂਪ ਵਿੱਚ ਉਹਨਾਂ ਦੇ ਸਥਾਨ ਪਿੰਡ ਬਦਨੀ ਕਲਾਂ ਵਿਖੇ ਸੁਸ਼ੋਭਿਤ ਹੈ। ਇਹਨਾਂ ਦੋਨੋਂ ਬੀੜਾਂ ਦੀ ਮੈਂ ਜਾਣਕਾਰੀ ਅੱਗੇ ਆਪ ਜੀ ਨਾਲ ਸਾਂਝੀ ਕਰਾਂਗਾ। ਇਹਨੂੰ ਜਦੋਂ ਇਹਦੇ ਹੱਲ ਬਾਰੇ ਗੱਲ ਕਰਾਂਗੇ ਉਦੋਂ ਕਰਾਂਗੇ ਵੀ ਇਹ ਬਹੁਤ ਇਤਿਹਾਸਕ ਬੀੜਾਂ ਨੇ, ਇਹਨੂੰ ਵੀ ਆਪਾਂ ਛਪਾਈ ਵੇਲੇ ਆਧਾਰ ਬਣਾ ਸਕਦੇ ਹਾਂ ਜੀ, ਬਣਾ ਸਕਦੇ ਹਾਂ ਜੀ। ਭਾਈ ਰਾਮ ਰਾਏ ਜੀ ਵਾਲੀ ਬੀੜ ਤਤਕਰੇ ਦਾ ਚਿੱਤਰ ਮੈਂ ਨਾਲ ਦੇ ਰਿਹਾ ਵਾਂ ਜੀ।
ਦੇਖੋ ਉੱਤੇ ਇਹਦੇ ਉੱਤੇ ਸੰਮਤ ਲਿਖਿਆ ਹੈ ਜੀ 1752। ਇਸ ਵਿੱਚ ਦੋ ਗੱਲਾਂ ਬਹੁਤ ਧਿਆਨ ਦੇਣ ਯੋਗ ਹਨ। ਇਸ ਉੱਤੇ ਇਸ ਦੇ ਲਿਖਣ ਵਾਲੇ ਸਾਲ ਦਾ ਸੰਕੇਤ ਸੰਮਤ 1752 ਜਿਸ ਦਾ ਈਸਵੀ ਸਨ 1695 ਬਣਦਾ ਹੈ, ਬਹੁਤ ਸਾਫ਼ ਤੇ ਸਪਸ਼ਟ ਦਿੱਤਾ ਹੋਇਆ ਹੈ। ਦੂਸਰਾ ਬਹੁਤ ਜ਼ਰੂਰੀ ਸੰਕੇਤ ਹੈ ਕਿ ਜਪ ਸ੍ਰੀ ਸਤਿਗੁਰੂ ਰਾਮਦਾਸ ਜੀਓ ਕੇ ਦਸਤਕਾਂ ਦਾ ਨਕਲ, ਜਿਸ ਦਾ ਅਰਥ ਹੈ ਕਿ ਇਹ ਬੀੜ ਭਾਈ ਗੁਰਦਾਸ ਜੀ ਵਾਲੀ ਬੀੜ ਦੀ ਸਿੱਧੀ ਨਕਲ ਹੈ। ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਵਿੱਚ ਨਕਲਕਾਰ ਨਕਲ ਨਕਲਕਾਰ ਨਕਲ ਨਕਲਕਾਰ ਅੰਦਾਜ਼ ਦਿੱਤਾ ਹੁੰਦਾ ਹੈ, ਪਰ ਇਸ ਬੀੜ ਦੇ ਵਿੱਚ ਜਪ ਸ੍ਰੀ ਸਤਿਗੁਰੂ ਰਾਮਦਾਸ ਜੀਓ ਕੇ ਦਸਤਕਾਂ ਦਾ ਨਕਲ ਅੱਗੇ ਪਤੀ ਮਤਲਬ ਅੰਕ ਦਿੱਤਾ ਹੋਇਆ। ਸੋ ਇਹ ਵੀ ਆਪ ਜੀ ਵਰਗੇ ਵਿਦਵਾਨਾਂ ਦੇ ਧਿਆਨ ਦੇਣ ਯੋਗ ਗੱਲ ਹੈ ਜੀ। ਦੂਸਰੀ ਇਸ ਵਿੱਚ ਦੇਖੋ ਇੱਕ ਪੰਨਾ ਹੋਰ ਹੈ ਜੀ, ਮੈਂ ਜਪਜੀ ਦੇ ਆਰੰਭ ਵਾਲਾ ਪੰਨਾ ਦੀ ਤਸਵੀਰ ਦਿੱਤੀ ਹੈ, ਸਰਕਲ ਲਗਾਇਆ ਹੈ। ਇਸ ਵਿੱਚ ਸੰਪੂਰਨ ਮੂਲ ਮੰਤਰ ਨੂੰ ਪੂਰੀ ਤਰ੍ਹਾਂ ਸੱਜੇ ਹੱਥ ਰੱਖ ਕੇ ਲਿਖਿਆ ਗਿਆ ਹੈ। ਤੇ ਦੇਖੋਗੇ ਤੁਸੀਂ ਹਾਸ਼ੀਏ ਦੇ ਨਾਲ ਸਾਰਾ ਜਿਹੜਾ ਮੂਲ ਮੰਤਰ ਦਿੱਤਾ ਹੈ, ਤੇ ਜੇ ਵਿੱਚ ਰਹਿ ਗਈ ਆ ਤਾਂ ਉਹਨੂੰ ਲਾਈਨ ਦੇ ਨਾਲ ਹਾਸ਼ੀਏ ਨਾਲ ਜੋੜ ਦਿੱਤਾ ਗਿਆ ਹੈ, ਤਾਂ ਕਿ ਕੋਈ ਇਤਰਾਜ਼ ਉੱਥੇ ਨਾ ਹੋਵੇ, ਕੋਈ ਗੱਲ ਨਾ ਰਹਿ ਜਾਏ। ਇਸ ਗੱਲ ਨੂੰ ਦ੍ਰਿੜ ਕੀਤਾ ਜਾ ਸਕੇ ਜਿਹੜਾ ਇਹ ਮੰਗਲਾਚਰਨ ਆ ਸੱਜੇ ਹੱਥ ਬੀੜਾਂ ਦੇ ਉੱਪਰ ਰੱਖਿਆ ਜਾਣਾ ਲੋੜੀਂਦਾ ਹੈ। ਸੋ ਇਹ ਬਹੁਤ ਜ਼ਰੂਰੀ ਸੰਕੇਤ ਸਾਡੇ ਸਾਹਮਣੇ ਹੈਗਾ ਜੀ। ਉਹ ਜੇਕਰ ਲਿਖਣ ਲੱਗਿਆ ਜਿਵੇਂ ਮੈਂ ਜ਼ਿਕਰ ਕੀਤਾ ਹੈ ਥੋੜੀ ਜਿਹੀ ਵਿੱਚ ਰਹਿ ਵੀ ਗਈ ਹੈ, ਤਾਂ ਇਸ ਨੂੰ ਲੰਬੀਆਂ ਲਕੀਰਾਂ ਖਿੱਚ ਕੇ ਹਾਸ਼ੀਏ ਨਾਲ ਜੋੜ ਦਿੱਤਾ ਗਿਆ ਹੈ। ਜਪ ਸਿਰਲੇਖ ਨੂੰ ਦੋ ਦੋ ਡੰਡੀਆਂ ਦੇ ਵਿਚਕਾਰ ਰੱਖ ਕੇ ਖੱਬੇ ਹੱਥ ਲਿਖਿਆ ਗਿਆ ਹੈ। ਉਹਦੇ ਨਾਲ ਨਖੇੜ ਕੇ ਤੇ ਬਿਲਕੁਲ ਸਿਰਲੇਖ ਨੂੰ ਹਾਸ਼ੀਏ ਦੇ ਖੱਬੇ ਹੱਥ ਨਾਲ ਲਗਾ ਦਿੱਤਾ ਗਿਆ ਹੈ। ਤੇ ਆਪ ਜੀ ਦੇਖੋਗੇ ਕੋਈ ਬਾਕੀ ਸਰੂਪ ਵਿੱਚ ਵੀ ਜਿਹੜਾ ਸਿਰਲੇਖਾਂ ਦਾ ਇੰਦਰਾਜ ਆ ਉਹ ਵੀ ਇਸੇ ਤਰ੍ਹਾਂ ਦਿੱਤਾ ਗਿਆ ਹੈ ਜੀ। ਜਿੱਥੋਂ ਸੋਦਰ ਬਾਣੀ ਪਹਿਲੇ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਵੀ ਪਹਿਲੇ 13 ਪੰਨੇ ਜਿਹੜੇ ਨੇ ਬੀੜ ਦੇ ਉਹ ਨਿਤਨੇਮ ਆ ਜੀ। ਉਹਨਾਂ 13 ਬੇੜਾਂ ਵਿੱਚ ਬਾਅਦ ਵਿੱਚ ਸ੍ਰੀ ਰਾਮ ਆਰੰਭ ਹੁੰਦਾ ਹੈ। ਤੇ ਵੇਖੋ ਇਹਦੇ ਵਿੱਚ ਇੱਕ ਓਂਕਾਰ, ਉਸੇ ਤਰ੍ਹਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੱਜੇ ਹੱਥ ਉੱਪਰ ਰੱਖਿਆ ਗਿਆ ਹੈ ਜੀ। ਤੇ ਜਦੋਂ ਸੋਦਰ ਦੀ ਬਾਣੀ ਦਾ ਆਰੰਭ ਹੋਇਆ ਹੈ, ਸਭ ਤੋਂ ਪਹਿਲਾਂ ਰਾਗ ਦਾ ਨਾਮ ਰਾਗ ਆਸਾ ਦਿੱਤਾ ਗਿਆ ਹੈ ਜੀ। ਫਿਰ ਉਚਾਰਨ ਵਾਲੀ ਪਾਤਸ਼ਾਹੀ ਜਿਸ ਪਾਤਸ਼ਾਹੀ ਨੇ ਉਹ ਬਾਣੀ ਉਚਾਰੀ ਹੈ ਜੀ, ਮਹਿਲਾ ਪਹਿਲਾ, ਅਤੇ ਫਿਰ ਬਾਣੀ ਦਾ ਨਾਮ ਸੋਦਰ ਦਿੱਤਾ ਹੈ। ਇਹ ਇੰਨੀ ਮਤਲਬ ਉਸ ਭਾਈ ਰਾਮ ਰਾਜ ਜੀ ਨੇ ਕਿਰਪਾ ਕੀਤੀ ਸਾਡੇ ਉੱਤੇ, ਇੰਨੀ ਵਧੀਆ ਤਰਤੀਬ ਦਿੱਤੀ ਆ ਵੀ ਪਹਿਲਾਂ ਰਾਗ ਆਸਾ, ਮਹਿਲਾ ਪਹਿਲਾ, ਸੋਦਾ। ਜਦੋਂ ਕਿ ਆਪਾਂ ਹੁਣ ਪੜ੍ਹਦੇ ਹਾਂ ਸੋਦਾ ਰਾਗ ਆਸਾ ਮਹਿਲਾ ਪਹਿਲਾ, ਬਿਲਕੁਲ ਬੇਤਰਤੀਬੀ ਨਾਲ ਅਸੀਂ ਪੜ੍ਹਦੇ ਹਾਂ। ਤਾਂ ਰਾਗ ਆਸਾ, ਮਹਿਲਾ ਪਹਿਲਾ, ਸੋਦਾਰ, ਇਹੀ ਤਰਤੀਬ ਜਿਹੜੀ ਆ ਬਣਦੀ ਆ ਜੀ। ਔਰ ਇਹੋ ਹੀ ਤਰਤੀਬ ਸਾਨੂੰ ਅਗਲੀਆਂ ਜਦੋਂ ਛਪਾਈ ਦਾ ਕੋਈ ਕਾਰਜ ਜੇ ਆਰੰਭ ਹੋਵੇ ਤਾਂ ਉਹਦੇ ਵਿੱਚ ਦੇਣੀ ਚਾਹੀਦੀ ਹੈ ਜੀ। ਭਾਈ ਰਾਮ ਰਾਏ ਜੀ ਵਾਲੀ ਬੀੜ ਦੇ ਅਖੀਰ ਵਿੱਚ ਇੱਕ ਤੇਰਾ ਕੀਤਾ ਜਾਤੋ ਨਹੀਂ ਦਿਸ, ਇੱਕ ਬਹੁਤ ਹੀ ਜ਼ਰੂਰੀ ਸੰਕੇਤ ਇਹਦੇ ਵਿੱਚ ਦਿੱਤਾ ਹੋਇਆ। ਆਪ ਜੀ ਦੇਖੋ, ਮੈਂ ਗੋਲ ਸਰਕਲ ਲਗਾਇਆ ਹੋਇਆ ਉਹਦੇ ਉੱਤੇ ਜੀ। ਉਹ ਸੰਕੇਤ ਹੈ ਜੀ, ਇਹ ਭੋਗ ਸ੍ਰੀ ਆਦਿ ਗ੍ਰੰਥ ਜੀ ਹੈ। ਤੇਰਾ ਕੀਤਾ ਜਾਤੋ ਨਹੀਂ ਸ਼ਬਦ ਦੇ ਅੰਤ ਵਿੱਚ ਇੱਕ ਬਹੁਤ ਜ਼ਰੂਰੀ ਸੰਕੇਤ ਲਿਖਿਆ ਗਿਆ ਹੈ। ਰਾਗਮਾਲਾ ਦਾ ਇੰਦਰਾਜ ਇਸ ਤੋਂ ਬਾਅਦ ਵਿੱਚ ਦਿੱਤਾ ਗਿਆ ਹੈ। ਇਸ ਬੀੜ ਦਾ ਸਰੂਪ ਸਾਡੇ ਰਾਗਮਾਲਾ ਵਾਲੇ ਝਗੜੇ ਨੂੰ ਨਿਬੇੜਨ ਵਿੱਚ ਅਤਿਅੰਤ ਸਹਾਈ ਹੋ ਸਕਦਾ ਹੈ, ਕਿਉਂਕਿ ਬਹੁਤ ਝਗੜਾ ਪਿਆ ਹੋਇਆ ਹੈ। ਰਹਿਤ ਮਰਿਆਦਾ ਵਿੱਚ ਵੀ ਇਹ ਦਿੱਤਾ ਹੈ, ਜਿੱਥੇ ਚੱਲਦੀ ਮਰਿਆਦਾ ਦੇ ਅਨੁਸਾਰ ਰਾਗਮਾਲਾ ਦਾ ਪਾਠ ਕਰ ਲਿਆ ਜਾਵੇ। ਅਕਾਲ ਤਖਤ ਸਾਹਿਬ ਦੇ ਉੱਤੇ ਪਾਠ ਨਹੀਂ ਕੀਤਾ ਜਾਂਦਾ, ਹਰਿਮੰਦਰ ਸਾਹਿਬ ਕੀਤਾ ਜਾਂਦਾ ਹੈ। ਬਹੁਤ ਸੰਗਤ ਭੰਬਲ ਭੂਸੇ ਵਿੱਚ ਪਈ ਹੋਈ ਆ, ਸੰਪਰਦਾਵਾਂ ਵੀ ਵੰਡੀਆਂ ਹੋਈਆਂ ਨੇ। ਸੋ ਇਹ ਸੰਕੇਤ ਜਿਹੜਾ ਹੈ ਉਸ ਮਸਲੇ ਦੇ ਹੱਲ ਵਾਲਾ ਵੀ ਬਾਣੀ ਦਾ ਭੋਗ ਜਿਹੜਾ ਹੈ ਉਹ ਇੱਥੇ ਪੈ ਗਿਆ ਹੈ। ਰਾਗਮਾਲਾ ਜਿਹੜੀ ਆ ਉਹ ਭਾਈ ਜਿਵੇਂ ਤਤਕਰਾ ਹੈਗਾ ਏ, ਜੇ ਰਾਗਮਾਲਾ ਤਤਕਰਿਆਂ ਦਾ ਸੰਕੇਤ ਆ ਭਈ, ਜਿਵੇਂ ਆਪਾਂ ਤਤਕਰੇ ਦਾ ਪਾਠ ਨਹੀਂ ਕਰਦੇ, ਇਸ ਤਰ੍ਹਾਂ ਹੀ ਰਾਗਮਾਲਾ ਇੱਕ ਤਤਕਰਾ ਹੈ, ਉਹਦਾ ਪਾਠ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ। ਬਾਣੀ ਦਾ ਪਾਠ ਜਿਹੜਾ ਹੈ ਇੱਥੇ ਤੱਕ ਹੀ ਕਰਨਾ ਲੋੜੀਂਦਾ ਹੈ, ਤੇ ਇੱਥੇ ਉਹ ਭੋਗ ਦਾ ਸੰਕੇਤ ਦਿੱਤਾ ਹੋਇਆ ਹੈ। ਆ ਹੁਣ ਆਪਾਂ ਗੱਲ ਕਰੀਏ ਜਿਹੜੀ ਬੀੜ ਭਾਈ ਬਿਧੀ ਚੰਦ ਜੀ ਦੇ ਸਥਾਨ ਤੇ ਪਈ ਆ, ਉਹਦੇ ਮੰਗਲਾਚਰਨ ਵਾਲੇ ਜੀ। ਇਹ ਮੈਂ ਪਹਿਲੀ ਜਿਹੜਾ ਜਪਜੀ ਸਾਹਿਬ ਦੇ ਆਰੰਭ ਦਾ
ਇੱਕ ਤਸਵੀਰ ਆਪ ਜੀ ਨਾਲ ਸਾਂਝੀ ਕਰ ਰਿਹਾ। ਐਗਜ਼ੈਕਟ ਭਾਈ ਰਾਮ ਰਾਏ ਜੀ ਬੀੜ ਵਾਂਗ ਹੀ ਇੱਥੇ ਵੀ ਜਿਹੜਾ ਮੰਗਲਾਚਰਨ ਆ ਬਿਲਕੁਲ ਸੱਜੇ ਹੱਥ ਉੱਪਰ ਦਿੱਤਾ ਹੋਇਆ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ। ਜੇ ਜਿਹੜੀ ਥਾਂ ਬਚ ਗਈ ਆ ਉਹਨੂੰ ਹਾਸ਼ੀਏ ਦਾ ਨਾਲ ਜੋੜ ਦਿੱਤਾ ਗਿਆ ਹੈ ਤੇ ਜਪ ਜਿਹੜਾ ਹੈ ਉਸ ਤਰ੍ਹਾਂ ਹੀ ਖੱਬੇ ਹੱਥ ਜਿਹੜਾ ਹੈ ਉਹਨੂੰ ਜੋੜ ਦਿੱਤਾ ਗਿਆ ਕਿਉਂਕਿ ਉਹ ਬਾਣੀ ਦਾ ਸਿਰਲੇਖ ਹੈ, ਨਾ ਕਿ ਮੰਗਲਾਚਰਨ ਦਾ ਉਹ ਭਾਗ ਆ, ਜਿਵੇਂ ਕਿ ਬਹੁਤ ਸਾਰੇ ਡੇਰਾਵਾਦੀ ਕਹਿੰਦੇ ਨੇ ਜੀ ਤੇ ਭੰਬਲ ਭੂਸਾ ਪਾਉਂਦੇ ਨੇ ਜੀ। ਉਹ ਇਹੀ ਗੱਲ ਜਿਵੇਂ ਆਪਾਂ ਭਾਈ ਰਾਮ ਰਾਏ ਜੀ ਵਾਲੀ ਬੀੜ ਵਿੱਚ ਵਿਚਾਰੀ ਆ, ਇੱਥੇ ਵੀ ਦੇਖੋ ਜਦੋਂ ਸੋਦਰ ਦੀ ਬਾਣੀ ਨਿਤਨੇਮ ਵਿੱਚ ਆਰੰਭ ਹੁੰਦੀ ਆ, ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਲਿਖ ਕੇ ਸੱਜੇ ਹੱਥ ਉਹਨੂੰ ਜੋੜ ਦਿੱਤਾ ਗਿਆ ਹੈ, ਉਹਦੇ ਜਿੱਥੇ ਲਾਈਨ ਨਾਲ ਜੋੜ ਦਿੱਤੀ ਗਈ ਆ। ਖੱਬੇ ਹੱਥ ਉਹ ਹੀ ਰਾਗ ਆਸਾ ਪਹਿਲਾ ਸੋਦਾਰ ਦੋ ਡੰਡੀਆਂ ਪਾ ਦਿੱਤੀਆਂ ਗਈਆਂ ਨੇ, ਫੇਰ ਬਾਣੀ ਦਾ ਆਰੰਭ ਜਿਹੜਾ ਹੈ ਕੀਤਾ ਗਿਆ ਹੈ ਜੀ। ਸੋ ਦੋ ਤਰ੍ਹਾਂ ਦੇ ਮੰਗਲਾਚਰਨ ਨੇ, ਇਹਨਾਂ ਦੋਨਾਂ ਦੇ ਬੀੜਾਂ ਦੇ ਵਿੱਚ ਦੋ ਹੀ ਤਰ੍ਹਾਂ ਦੇ ਮੰਗਲਾਚਰਨ ਨੇ। ਰਾਗਾਂ ਦੇ ਉੱਪਰ ਪੂਰਾ ਮੰਗਲਾਚਰਨ ਦਿੱਤਾ ਹੈ ਜੀ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ। ਜਿੱਥੇ ਕੋਈ ਬਾਣੀ ਦਾ ਆਰੰਭ ਹੁੰਦਾ ਹੈ, ਭਾਵੇਂ ਸੁਖਮਨੀ ਸਾਹਿਬ ਆ, ਭਾਵੇਂ ਸੋਦਰ ਦੀ ਬਾਣੀ ਆ, ਭਾਵੇਂ ਆਸਾ ਦੀ ਵਾਰ ਆ, ਭਾਵੇਂ ਸੋਹਲਾ ਸਾਹਿਬ ਆ, ਉੱਥੇ ਜਿਹੜਾ ਪਹਿਲਾ ਰਾਗ ਦਾ ਨਾਮ ਜੀ, ਫਿਰ ਪਾਤਸ਼ਾਹੀ ਉਚਾਰਨ ਵਾਲੀ ਪਾਤਸ਼ਾਹੀ ਦਾ ਨਾਮ ਜੀ, ਫਿਰ ਉਸ ਬਾਣੀ ਦਾ ਨਾਮ ਦੇ ਕੇ ਇਹ ਤਰਤੀਬ ਜਿਹੜੀ ਹੈ ਦਿੱਤੀ ਗਈ ਹੈ। ਇਹੋ ਤਰਤੀਬ ਠੀਕ ਆ, ਤਾਂ ਇਹੋ ਤਰਤੀਬ ਆਪਾਂ ਨੂੰ ਅੱਗੇ ਰੱਖਣੀ ਚਾਹੀਦੀ ਹੈ ਜੀ। ਇਹ ਮੈਂ ਤਤਕਰੇ ਦਾ ਇੱਕ ਦਿੱਤਾ ਹੈ ਜੀ। ਇਹਦੇ ਵਿੱਚ ਵੀ ਉਸ ਤਰ੍ਹਾਂ ਹੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਜਪ ਸ੍ਰੀ ਸਤਿਗੁਰੂ ਰਾਮਦਾਸ ਜੀਓ ਕੇ ਦਸਤਖਤਾਂ ਕਾ ਨਕਲ। ਸੋ ਇਹ ਜਿਹੜਾ ਇੰਡੀਕੇਸ਼ਨ ਆ ਸਿੱਧ ਕਰਦੀ ਆ ਵੀ ਇਹ ਉਤਾਰਾ ਵੀ ਭਾਈ ਗੁਰਦਾਸ ਜੀ ਵਾਲੀ ਮੂਲ ਬੀੜ ਤੋਂ ਕੀਤਾ ਗਿਆ ਹੈ ਜੀ। ਇਹ ਬੀੜ ਬਾਰੇ ਮੈਂ ਆਪ ਜੀ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਵਾਂ ਕਿ ਇਹ ਬੀੜ ਵਿਦਵਾਨਾਂ ਨੂੰ ਪਤਾ ਹੈ ਭਈ ਰਾਗ ਬਿਲਾਵਲ ਤੱਕ ਹੈ ਜੀ। ਉਸ ਤੋਂ ਬਾਅਦ ਭਾਈ ਬਿਧੀ ਚੰਦ ਜੀ ਕਿਸੇ ਜੰਗ ਦੇ ਵਿੱਚ ਚਲੇ ਗਏ ਤਾਂ ਅਗਲਾ ਜਿਹੜਾ ਹੈ ਉਤਾਰਾ ਨਹੀਂ ਹੋ ਸਕਿਆ, ਬਿਲਾਵਲ ਤੱਕ ਉਤਾਰਾ ਸਾਨੂੰ ਮਿਲਦਾ ਹੈ ਜੀ। ਇਹ ਦੋ ਬੀੜਾਂ ਬਹੁਤ ਇਤਿਹਾਸਕ ਨੇ ਤੇ ਅਗਲਾ ਕੰਮ ਕਰਨ ਲੱਗਿਆ ਸਾਨੂੰ ਇਹਦੇ ਬਾਰੇ ਧਿਆਨ ਦੇਣ ਦੀ ਜ਼ਰੂਰਤ ਹੈ ਜੀ, ਇਹਨੂੰ ਆਧਾਰ ਬਣਾਉਣ ਦੀ ਜ਼ਰੂਰਤ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਇਤਿਹਾਸ ਆਪਾਂ ਹੁਣ ਜਦੋਂ ਹੱਥ ਲਿਖਤ ਬੀੜਾਂ ਤੋਂ ਛਪਾਈ ਆਰੰਭ ਹੁੰਦੀ ਆ, ਥੋੜਾ ਜਿਹਾ ਜ਼ਿਕਰ ਉਹਦੇ ਬਾਰੇ ਆਪਾਂ ਕਰਾਂਗੇ। ਛਪਾਈ ਦੀ ਆਰੰਭਤਾ ਲਗਭਗ 1864 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੱਥ ਲਿਖਤੀ ਹੀ ਰਿਹਾ। ਉਹਨਾਂ ਨੇ ਜਦੋਂ ਇਹਦੀ ਛਪਾਈ ਦਾ ਖਿਆਲ ਛਪਾਈ ਕਰਨ ਵਾਲਿਆਂ ਦੇ ਮਨ ਵਿੱਚ ਆਇਆ ਤਾਂ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਪੁਜਾਰੀਆਂ ਕੋਲ ਬੇਨਤੀ ਕੀਤੀ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਾਪਣਾ ਚਾਹੁੰਦਾ ਹਾਂ, ਦੱਸੋ ਕਿਹੜੀ ਬੀੜ ਛਾਪੀ ਜਾਏ? ਭਾਈ ਗੁਰਦਾਸ ਜੀ ਵਾਲੀ ਛਾਪੀ ਜਾਏ, ਭਾਈ ਬੰਨੋ ਜੀ ਵਾਲੀ ਬੀੜ ਛਾਪੀ ਜਾਏ, ਜਾਂ ਕਿ ਦਮਦਮੇ ਸਾਹਿਬ ਵਾਲੀ ਬੀੜ ਛਾਪੀ ਜਾਏ? ਇਤਿਹਾਸਕਾਰ ਕਹਿੰਦੇ ਨੇ ਵੀ ਉਸ ਵੇਲੇ ਪੁਜਾਰੀਆਂ ਨੇ ਪਰਚੀਆਂ ਪਾ ਕੇ ਤੇ ਸਰੋਵਰ ਵਿੱਚ ਤਾਰ ਦਿੱਤੀਆਂ ਤੇ ਸਾਡੀ ਖੁਸ਼ਕਿਸਮਤੀ ਨੂੰ ਦਮਦਮੇ ਸਾਹਿਬ ਵਾਲੀ ਬੀੜ ਦੀ ਪਰਚੀ ਤਾਰ ਆਈ। ਜੇਕਰ ਕਿਤੇ ਇਹ ਗੱਲ ਹੋ ਜਾਂਦੀ ਭਈ ਕਰਤਾਰਪੁਰੀ ਬੀੜ ਵਾਲੀ ਪਰਚੀ ਤਰਿਆ ਹੁੰਦੀ ਜਾਂ ਬੰਨੋ ਵਾਲੀ ਬੀੜ ਦੀ ਪਰਚੀ ਤਰਿਆ ਹੁੰਦੀ, ਤਾਂ ਸੋਚ ਕੇ ਵੇਖੋ ਵੀ ਫੇਰ ਇਤਿਹਾਸ ਵਿੱਚ ਕੀ ਪਾਣਾ ਵਾਪਰਨਾ ਸੀਗਾ। ਇਸ ਬੀੜ ਦਾ ਕਾਰਜ ਲਿਖਣ ਕਾਰਜ ਭਾਈ ਤਾਰਾ ਸਿੰਘ ਜੀ ਨੇ ਕੀਤਾ। ਜਦੋਂ ਪੱਥਰ ਦੇ ਛਾਪੇਖਾਨੇ ਦਾ ਆਰੰਭ ਹੋਇਆ ਤਾਂ 1864 ਦੇ ਕਰੀਬ ਲਾਹੌਰ ਦੇ ਪ੍ਰਕਾਸ਼ਕ ਲਾਲਾ ਹਰਸੁਖ ਰਾਏ ਵੱਲੋਂ ਇਹ ਬੀੜ ਛਾਪੀ ਗਈ ਜੀ। ਫਿਰ 1885 ਵਿੱਚ ਯੰਤਰ ਗਣੇਸ਼ ਪ੍ਰਕਾਸ਼ ਲਾਹੌਰ ਵੱਲੋਂ ਪੱਥਰ ਦੇ ਛਾਪੇ ਦੀ ਬੀੜ ਛਾਪੀ ਗਈ। ਉਪਰੰਤ 1893 ਚ ਵਿਦਿਆ ਪ੍ਰਕਾਸ਼ ਪ੍ਰੈਸ ਲਾਹੌਰ ਦੇ ਮਾਲਕ ਵਪਾਰੀ ਮੁਨਸ਼ੀ ਹਰੀ ਚੰਦ ਨੇ 1430 ਪੰਨਿਆਂ ਵਾਲੀ ਪੱਥਰ ਦੇ ਛਾਪੇ ਦੀ ਬੀੜ ਛਾਪੀ। ਇਸ ਤੋਂ ਬਾਅਦ ਭਾਈ ਚਰਨ ਸਿੰਘ ਜੀ ਸ਼ਹੀਦ ਜੋ ਹਾਸ ਰਸ ਦੇ ਬਹੁਤ ਵੱਡੇ ਕਵੀ ਹੋਏ ਹਨ, ਬੜੀ ਮਿਹਨਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਛਾਪਿਆ ਜੀ। ਇਹ ਮੈਂ ਇੱਕ ਤਸਵੀਰ ਦਿੱਤੀ ਹੈ ਜੀ। ਛਪਾਈ ਦੀ ਆਰੰਭਤਾ ਜਦੋਂ ਹੋਈ, ਪੱਥਰ ਦੇ ਛਾਪੇਖਾਨਾ ਉਸ ਵੇਲੇ ਹੁੰਦਾ ਸੀ ਜੀ। ਜਦੋਂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਲਾਹੌਰ ਵਿੱਚ 1886 ਦੇ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਵੀ ਛਪੀ ਇੱਕ ਬੀੜ ਦਾ ਇਹ ਪਹਿਲੇ ਪੰਨੇ ਦੀ ਤਸਵੀਰ ਹੈ ਜੀ।
ਇਹ ਇੱਕ ਗਲਤੀਨਾਮਾ ਹੈ ਜੀ। ਛਪਾਈ ਦੀ ਆਰੰਭਤਾ ਪੱਥਰ ਦੇ ਛਾਪੇਖਾਨੇ, ਇਹ ਪੱਥਰ ਦੇ ਛਾਪੇ ਦੇ ਪਿੱਛੇ ਲੱਗਿਆ ਹੋਇਆ ਗਲਤੀਨਾਮਾ ਹੈ ਜੀ। ਪਾਠ ਕਰਨ ਲੱਗਿਆਂ ਪਾਠੀ ਆਪਣੀ ਗਲਤੀ ਨੂੰ ਕਿਵੇਂ ਠੀਕ ਕਰੇਗਾ, ਕਿ ਉਹ ਗਲਤੀਨਾਮੇ ਨੂੰ ਬਾਰ-ਬਾਰ ਵੇਖ ਕੇ ਗਲਤੀ ਸੁਧਾਰੇਗਾ। ਇੱਕ ਮੈਂ ਇੰਡੀਕੇਸ਼ਨ ਦਿੱਤੀ ਹੈ ਜੀ, ਮੇਰੇ ਮਨ ਵਿੱਚ ਆਈ ਜਿਹੜੀ ਗੱਲ ਵੀ ਜਿਹੜਾ ਗਲਤੀਨਾਮਾ ਸੀਗਾ ਪਿੱਛੇ ਜਦੋਂ ਦਿੱਤਾ ਛਾਪ ਕੇ, ਤਾਂ ਜਦੋਂ ਵੀ ਪੀੜ ਤੋਂ ਪਾਠ ਹੁੰਦਾ ਸੀ ਤੇ ਪਾਠ ਦੇ ਵਿੱਚੋਂ ਗਲਤੀਆਂ ਰਹਿ ਜਾਂਦੀਆਂ ਸੀ ਜੀ। ਤੇ ਕੋਈ ਇਹ ਗਲਤੀਆਂ ਨੂੰ ਹੱਥ ਦੇ ਨਾਲ ਲਿਖ ਕੇ ਉੱਥੇ ਠੀਕ ਕਰਨਾ ਬੜਾ ਮੁਸ਼ਕਿਲ ਸੀ। ਇਹਦਾ ਜਿਹੜੀ ਪੂਰਾ ਗਲਤੀਨਾਮਾ ਹੈ ਜੀ, ਆਪ ਜੀ ਮੈਂ ਅੱਗੇ ਤੁਹਾਨੂੰ ਜ਼ਿਕਰ ਕਰਾਂਗਾ। ਜਿਹੜੀ ਪ੍ਰੋਫੈਸਰ ਮਨਜੀਤ ਸਿਨਹਾ ਨੇ ਕਮੇਟੀ ਬਣਾਈ ਸੀਗੀ ਤੇ 1996 ਦੇ ਵਿੱਚ, ਜਿਹੜਾ ਉਹਨਾਂ ਨੇ ਰਿਪੋਰਟ ਦਿੱਤੀ, ਉਸ ਰਿਪੋਰਟ ਦੇ ਵਿੱਚ ਇਹ ਪੂਰਾ ਗਲਤੀਨਾਮਾ ਦਾ ਸਾਰਾ ਉਹਦਾ ਤਸਵੀਰ ਜਿਹੜੀ ਆ ਉਹ ਦਿੱਤੀ ਹੋਈ ਹੈ ਜੀ। ਉਸ ਤੋਂ ਬਾਅਦ ਗੱਲ ਸ਼ੁਰੂ ਹੋਈ ਜੀ, ਵਪਾਰੀਕਰਨ ਸ਼ੁਰੂ ਹੋ ਗਿਆ ਜੀ ਛਾਪਣ ਦੇ ਵਿੱਚ। ਸਭ ਤੋਂ ਪਹਿਲਾਂ ਮਾਈ ਸੇਵਾ ਬਾਜ਼ਾਰ ਅੰਮ੍ਰਿਤਸਰ ਦੇ ਛਾਪਕਾਂ ਭਾਈ ਚਤਰ ਸਿੰਘ ਜੀਵਨ ਸਿੰਘ 1875 ਵਿੱਚ, ਅਤੇ ਬਾਅਦ ਵਿੱਚ ਭਾਈ ਜਵਾਹਰ ਸਿੰਘ ਕਿਰਪਾਲ ਸਿੰਘ 1920 ਵਿੱਚ ਵੱਲੋਂ ਇਹਦੀ ਛਪਾਈ ਆਰੰਭ ਹੋਈ ਤੇ ਇਸ ਦਾ ਵਪਾਰੀਕਰਨ ਸ਼ੁਰੂ ਹੋ ਗਿਆ। ਉਹਨਾਂ ਨੇ ਲਿਥੋ ਪ੍ਰਿੰਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਪਵਿੱਤਰ ਗ੍ਰੰਥ ਅਤੇ ਗੁਰਬਾਣੀ ਗੁਟਕਿਆਂ ਦੇ ਲਿਥੋਗ੍ਰਾਫਿਕ ਖੰਡ ਪ੍ਰਕਾਸ਼ਿਤ ਕੀਤੇ। ਸਮੇਂ ਦੇ ਬਦਲਾਅ ਨਾਲ ਟਾਈਪ ਪ੍ਰਿੰਟਿੰਗ ਵਿੱਚ ਛਾਪਣਾ ਸ਼ੁਰੂ ਕੀਤਾ ਗਿਆ। ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਦਛੇਦ ਸਰੂਪ ਤਿਆਰ ਕੀਤਾ ਗਿਆ। ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਮਹਿੰਦਰ ਸਿੰਘ ਰਤਨ ਸਪੁੱਤਰ ਸਰਦਾਰ ਬੁੱਧ ਸਿੰਘ ਜੀ ਨੇ ਇਹ ਮਹੱਤਵਪੂਰਨ ਕਾਰਜ ਆਰੰਭ ਕੀਤਾ, ਭਾਵੇਂ ਕਿ ਸ਼ਬਦਾਰਥ ਵਿੱਚ ਪਹਿਲਾਂ ਹੀ ਪਦਛੇਦ ਕਰਕੇ ਬਾਣੀ ਜਿਹੜੀ ਆ ਛਾਪ ਦਿੱਤੀ ਗਈ ਸੀਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਘਰ ਘਰ ਪਹੁੰਚਾਉਣ ਵਿੱਚ ਮਦਦ ਮਿਲੀ, ਪਰ ਗੁਰਬਾਣੀ ਦੀ ਸ਼ੁੱਧਤਾ ਲਈ ਕੋਈ ਮਾਪਦੰਡ ਨਹੀਂ ਵਰਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਰਕਿਆਂ ਦੀ ਬੇਅਦਬੀ ਅਤੇ ਗੈਰ ਜ਼ਿੰਮੇਦਾਰ ਤਰੀਕੇ ਨਾਲ ਵੇਚਣ ਦੇ ਮਾਮਲੇ ਵੀ ਸਾਹਮਣੇ ਆਏ। ਮੈਂ ਇੱਕ ਅੱਖੀ ਡਿੱਠੀ ਘਟਨਾ ਜੋ ਮੈਂ ਵੇਖੀ, ਭਾਈ ਚਤਰ ਸਿੰਘ ਜੀਵਨ ਸਿੰਘ ਜੀ ਦੇ ਦੁਕਾਨ ਦੇ ਉੱਤੇ ਕਿਸੇ ਸ਼ਰਧਾਲੂਆਂ ਨਾਲ ਉਹਨਾਂ ਨੇ ਬੀੜ ਲੈਣੀ ਸੀ। ਜਦੋਂ ਉਹ ਗਏ ਉੱਥੇ ਤਾਂ ਥੱਲੇ ਇੱਕ ਤਹਿਖਾਨਾ ਸੀਗਾ। ਤਹਿਖਾਨੇ ਦੇ ਵਿੱਚ ਜਦੋਂ ਅਸੀਂ ਉਹਨਾਂ ਨੇ ਕੋਈ ਪੱਤਰੇ ਲੈਣੇ ਸੀਗੇ, ਜਦੋਂ ਤਹਿਖਾਨੇ ਵਿੱਚ ਅਸੀਂ ਗਏ ਤਾਂ ਸਾਰੇ ਤਹਿਖਾਨੇ ਦੇ ਵਿੱਚ ਪੱਤਰੇ ਜ਼ਮੀਨ ਦੇ ਉੱਤੇ ਖਿੰਡੇ ਪੁੰਡੇ ਪਏ ਸੀਗੇ। ਉਹਨਾਂ ਦੇ ਮੁਲਾਜ਼ਮ ਉਹਨਾਂ ਪੱਤਰਿਆਂ ਉੱਤੋਂ ਹੀ ਪੈਰ ਰੱਖ ਕੇ ਲੰਘ ਰਹੇ ਸੀਗੇ ਤੇ ਸਾਰੀ ਬੇਅਦਬੀ ਹੋ ਰਹੀ ਸੀਗੀ। ਕਿੰਨੀ ਉਹਨਾਂ ਨੂੰ, ਕਿਉਂਕਿ ਸਿਰਫ ਆਪਣੇ ਵਪਾਰ ਨਾਲ, ਪੈਸਿਆਂ ਨਾਲ ਤਾਲੁਕ ਸੀਗਾ, ਸੱਚੇ ਪਾਤਸ਼ਾਹ ਹਜ਼ੂਰ ਦੇ ਸਤਿਕਾਰ ਨਾਲ ਕੋਈ ਤਾਲੁਕ ਨਹੀਂ ਸੀਗਾ। ਪ੍ਰਾਈਵੇਟ ਛਾਪਕਾਂ ਵੱਲੋਂ 2006 ਵਿੱਚ ਅਕਾਲ ਤਖ਼ਤ ਦੇ ਹੁਕਮਨਾਮੇ ਅਤੇ ਪੰਜਾਬ ਅਸੈਂਬਲੀ ਦੇ ਮਤੇ ਮਗਰੋਂ ਇਹ ਛਾਪਾਈ ਜਿਹੜੀ ਆ ਉਹ ਬੰਦ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਿਮ ਫੈਸਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤਾਂ ਪ੍ਰਾਈਵੇਟ ਛਾਪਕਾਂ ਦੇ ਵਪਾਰੀਕਰਨ ਅਤੇ ਅਸ਼ੁੱਧ ਛਪਾਈ ਤੇ ਰੋਕ ਲਗਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਦਾ ਕਾਰਜ ਉਹਨਾਂ ਵੱਲੋਂ ਖੁਦ ਆਰੰਭ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲਈ ਉਹਨਾਂ ਨੇ ਉਸ ਸਮੇਂ ਦੇ ਸਥਾਪਿਤ ਵਿਦਵਾਨ ਸੱਜਣਾਂ ਦੀਆਂ ਕਮੇਟੀਆਂ ਬਣਾਈਆਂ, ਜਿਨ੍ਹਾਂ ਨੇ ਕਰਤਾਰਪੁਰੀ ਬੀੜ ਅਤੇ ਦਮਦਮੀ ਬੀੜ ਨੂੰ ਆਧਾਰ ਬਣਾ ਕੇ ਇੱਕ ਤਰਤੀਬ ਦਿੱਤੀ। ਕਿਉਂਕਿ ਉਸ ਸਮੇਂ ਕੰਪਿਊਟਰ ਦੀ ਕਾਢ ਤਾਂ ਅਜੇ ਆਰੰਭ ਨਹੀਂ ਸੀ ਹੋਈ, ਜਿਸ ਕਰਕੇ ਸਮੇਂ ਅਨੁਸਾਰ ਲੱਖਾਂ ਰੁਪਏ ਖਰਚ ਕੇ ਇਸ ਦੇ ਸੁੰਦਰ ਬਲਾਕ ਬਣਵਾਏ ਗਏ ਅਤੇ 1950 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਕਾਰਜ ਆਰੰਭ ਕੀਤਾ ਗਿਆ। ਉਸ ਵੇਲੇ ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਤੇ ਉਹਨਾਂ ਨੇ ਸਮੇਂ-ਸਮੇਂ ਵਿਦਵਾਨਾਂ ਦੀਆਂ ਕਮੇਟੀਆਂ ਬਣਾਈਆਂ ਤੇ ਉਹਨਾਂ ਕਮੇਟੀਆਂ ਦੀ ਮੀਟਿੰਗਾਂ ਹੁੰਦੀਆਂ ਰਹੀਆਂ। ਉਹਦਾ ਆਪਾਂ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਜੀ। ਬਹੁਤ ਸੁੰਦਰ ਛਪਵਾਈ ਕਰਵਾਈ ਗਈ, ਇਸ ਦੀ ਭੇਟਾ ਵੀ ਲਾਗਤ ਮਾਤਰੀ ਰੱਖੀ ਗਈ। ਜੋ ਸ਼ਬਦਾਰਥ ਦੀਆਂ ਸੈਂਚੀਆਂ ਛਪਦੀਆਂ ਸਨ, ਉਹਨਾਂ ਨੂੰ ਵੀ ਸਾਰੇ ਮੰਗਲਾਂ ਦੀ ਤਰਤੀਬ ਬਾਣੀ ਦੇ ਸਿਰਲੇਖ ਤੋਂ ਪਹਿਲਾਂ ਲਿਖ ਕੇ ਇਕਸਾਰ ਕਰ ਦਿੱਤਾ ਗਿਆ। ਇਸ ਜਿਹੜੀ 1952 ਵਿੱਚ ਇਹ ਬੀੜ ਛਾਪੀ ਗਈ ਸੀਗੀ, ਮੈਂ ਅੱਗੇ ਜਾ ਕੇ ਉਹਦੀ ਤਸਵੀਰ ਵੀ ਆਪ ਨਾਲ ਸਾਂਝੀ ਕਰਾਂਗਾ। ਉਹਦੇ ਵਿੱਚ ਸਾਰੇ ਮੰਗਲ ਉੱਪਰ ਲਿਖੇ ਗਏ ਔਰ ਜਿਹੜੀਆਂ ਸੈਂਚੀਆਂ ਸੀਗੀਆਂ ਛਾਪੀਆਂ ਗਈਆਂ ਮਤਲਬ ਉਸ ਤੋਂ ਬਾਅਦ ਉਸ ਵੇਲੇ ਉਹਦੇ ਉੱਤੇ ਵੀ ਸਾਰੇ ਮੰਗਲ ਜਿਹੜੇ ਨੇ ਉਹ ਉੱਪਰ ਕਰ ਦਿੱਤੇ ਗਏ। ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਾਂ। 1952 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਦੇ ਸਥਾਪਿਤ ਵਿਦਵਾਨਾਂ ਰਾਹੀਂ ਕੀਤੀ ਮਿਹਨਤ ਦੇ ਆਧਾਰ ਤੇ ਜੋ ਬੀੜ ਛਾਪੀ ਗਈ ਸੀ, ਉਸਦੇ ਪਹਿਲੇ ਪੰਨੇ ਦੀ ਇਹ ਤਸਵੀਰ ਹੈ ਜੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਾਸ ਦੇ ਗ੍ਰਹਿ ਵਿਖੇ ਮੌਜੂਦ ਆ। ਇਹਦੀ ਮੈਂ ਸਾਰੇ ਦੀ ਸਕੈਨਿੰਗ ਕਰਕੇ
ਸੇਵ ਕੀਤੀ ਹੋਈ ਹੈ ਜੀ, ਔਰ ਅਸੀਂ ਬਹੁਤ ਜਲਦੀ ਇਹਨੂੰ ਸਿੱਖ ਬੁੱਕ ਕਲੱਬ ਉੱਤੇ ਵੀ ਪਾ ਦਿਆਂਗੇ ਜੀ, ਤਾਂ ਕਿ ਆਮ ਸੰਗਤਾਂ ਇਹ ਤੋਂ ਲਾਭ ਉਠਾ ਸਕਣ। ਇਹਦੀ ਪੂਰੀ ਸਾਂਭ ਸੰਭਾਲ ਲਈ ਸਾਰੀ ਬੀੜ ਨੂੰ ਸਕੈਨ ਕਰ ਲਿਆ ਗਿਆ ਹੈ ਜੀ। ਇਹ ਮੈਂ ਇੱਕ ਚਾਰਟ ਬਣਾਇਆ ਹੈ ਜੀ, ਵੀ ਕਦੋਂ ਕਦੋਂ ਜਿਹੜਾ ਇਹ ਟਾਈਮਲਾਈਨ ਫਿਰ ਇੱਕ ਬਣਾਇਆ, ਪੱਥਰ ਦੇ ਛਾਪੇ ਖਾਨੇ ਦਾ ਆਰੰਭ ਕਦੋਂ ਹੋਇਆ, ਉਹ ਸਾਰਾ ਇਹ ਚਾਰਟ ਇੱਕ ਬਣਾਇਆ ਹੋਇਆ ਜੀ। ਇਹ ਜਿਸ ਨੂੰ ਕਿ ਵੀ ਇਹ ਸਾਰਾ ਕੁਛ ਚਾਹੀਦਾ ਹੋਏਗਾ ਜੀ, ਇਹ ਪਾਵਰ ਲਾਈਨ ਵਾਲਾ ਇਹ ਉਹ ਭੇਜ ਦਿੱਤਾ ਜਾਏਗਾ ਜੀ ਉਹਨਾਂ ਨੂੰ। ਇਹ ਮੇਰੇ ਤੋਂ ਮੰਗ ਸਕਦੇ ਨੇ ਤੇ ਮੈਂ ਉਹਨਾਂ ਨੂੰ ਇਹ ਪਾਵਰ ਪੁਆਇੰਟ ਦਾ ਸਾਰਾ ਕੁਝ ਭੇਜ ਦਾਂਗੇ। ਲੋ, ਜਿਹੜੇ ਬੀਤ ਚੁੱਕੇ ਸਮੇਂ ਵਿੱਚ ਸ਼ੁੱਧ ਛਪਾਈ ਸੰਬੰਧੀ ਉਪਰਾਲੇ ਹੋਏ ਸੀ, ਉਹਨਾਂ ਬਾਰੇ ਆਪਾਂ ਥੋੜਾ ਜਿਹਾ ਜ਼ਿਕਰ ਕਰ ਵੀ ਚੁੱਕੇ ਹਾਂ। ਇਹ ਜਿਹੜਾ ਕਿਤਾਬਚਾ ਹੈ ਜੀ, ਜਿਹੜੀਆਂ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਵੀ ਉਸ 52 ਵਾਲੀ ਬੀੜ ਤੋਂ ਪਾਈ ਤੋਂ ਪਹਿਲਾਂ ਜਿਹੜੀਆਂ ਵੀ ਮੀਟਿੰਗਾਂ ਹੁੰਦੀਆਂ ਰਹੀਆਂ, ਉਹ ਸਾਰੇ ਬਾਰੇ ਇੱਕ ਕਿਤਾਬਚਾ ਹੈ ਜੀ। ਗਿਆਨੀ ਜਗਤਾਰ ਸਿੰਘ ਜਾਚਕ, ਉਹਨਾਂ ਨੇ ਆਪਣੀ ਜਿਹੜੀ ਪੁਸਤਕਾਂ, ਮੈਂ ਅੱਗੇ ਜਾ ਕੇ ਉਹਨਾਂ ਪੁਸਤਕਾਂ ਦਾ ਜ਼ਿਕਰ ਕਰਾਂਗਾ, ਉਹਦੇ ਵਿੱਚ ਸਾਰੇ ਨੂੰ ਇਹਦੇ ਵਿੱਚ ਦੇ ਦਿੱਤਾ ਗਿਆ ਹੈ ਜੀ। ਔਰ ਇਸ ਤੋਂ ਪਹਿਲਾਂ ਪ੍ਰਿੰਸੀਪਲ ਭਾਈ ਸੁਨਾ ਨੇ ਗੁਰਬਾਣੀ ਸੰਪਾਦਨ ਨਿਰਣਾ ਜਿਹੜੀ ਪੁਸਤਕ ਸੀ, ਉਹਦੇ ਵਿੱਚ ਵੀ ਇਹ ਸਾਰੀ ਸਮੱਗਰੀ ਜਿਹੜੀ ਹੈ ਜੀ ਦਿੱਤੀ ਹੋਈ ਹੈ। ਜਿਹਨੂੰ ਵੀ ਇਹਦੀ ਕਾਪੀ ਚਾਹੀਦੀ ਹੋਵੇ, ਉਹ ਮੇਰੇ ਕੋਲੋਂ ਵੀ ਮੰਗਵਾ ਸਕਦੇ ਨੇ। ਗਿਆਨੀ ਜਗਤਾਰ ਸਿੰਘ ਜੀ ਦੀ ਪੁਸਤਕ ਵਿੱਚ ਵੀ ਇਹਨੂੰ ਵੇਖ ਸਕਦੇ ਨੇ ਜੀ। ਪ੍ਰਾਈਵੇਟ ਛਾਪਕਾਂ ਦੇ ਵਿਰੋਧ ਦੇ ਨਾਲ ਹੀ ਸਮੇਂ-ਸਮੇਂ ਸ਼੍ਰੋਮਣੀ ਕਮੇਟੀ ਵੀ ਇਸ ਸੰਬੰਧੀ ਸੋਧਾਂ ਕਰਦੀ ਰਹੀ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਉਹਦਾ ਵੀ ਆਪਾਂ ਜ਼ਿਕਰ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਬੀੜ, ਇਸ ਸੰਬੰਧੀ ਹੋਈਆਂ ਇਕੱਤਰਤਾਵਾਂ ਅਤੇ ਬਹੁਤ ਸਾਰੀਆਂ ਸੂਚਨਾਵਾਂ ਸੰਬੰਧੀ ਇੱਕ 87 ਕੁ ਪੰਨਿਆਂ ਦਾ ਕਿਤਾਬਚਾ ਪ੍ਰਿੰਸੀਪਲ ਹਰਭਜਨ ਸਿੰਘ ਜੀ, ਜਿਨ੍ਹਾਂ ਦੇ ਚਰਨਾਂ 'ਚ ਬੈਠ ਕੇ ਵਿਦਿਆ ਲਈ ਹੈ, ਸ਼੍ਰੋਮਣੀ ਕਮੇਟੀ ਦੇ ਆਪਣਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਹੁੰਦੇ ਸੀਗੇ ਜੀ। ਔਰ ਗਿਆਨੀ ਕੇਵਲ ਸਿੰਘ ਜੀ ਇਸ ਮੀਟਿੰਗ ਵਿੱਚ ਹਾਜ਼ਰ ਨੇ, ਜਥੇਦਾਰ ਰਹੇ ਨੇ, ਉਹ ਵੀ ਉਹਨਾਂ ਦੇ ਵਿਦਿਆਰਥੀ ਨੇ। ਜਾਚਕ ਨੇ ਵੀ ਇਸ ਮੀਟਿੰਗ ਵਿੱਚ ਬੈਠੇ ਹੋਏ ਨੇ, ਉਹ ਵੀ ਉਹਨਾਂ ਦੇ ਵਿਦਿਆਰਥੀ ਨੇ। ਇਹ ਕਿਤਾਬਚਾ ਉਹਨਾਂ ਨੇ ਉਸ ਵੇਲੇ ਸੈਕਟਰੀ ਹੁੰਦੇ ਸੀਗੇ ਤੇ ਛਪਵਾ ਕੇ ਸੰਗਤਾਂ ਦੇ ਸਨਮੁਖ ਕੀਤਾ ਸੀ ਜੀ। ਇਸ ਕਿਤਾਬਚੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਜਦੋਂ ਵਿਦਵਾਨਾਂ ਦੀ ਕਮੇਟੀ ਨੇ ਪੁਰਾਤਨ ਹੱਥ ਲਿਖਤ ਬੀੜਾਂ ਨੂੰ ਆਧਾਰ ਬਣਾ ਕੇ ਨਵੀਂ ਬੀੜ ਨੂੰ ਛਾਪਣ ਦਾ ਮਨ ਬਣਾਇਆ, ਤਾਂ ਲਗਭਗ 700 ਪਾਠ ਅੰਤਰ ਉਹਨਾਂ ਦੇ ਸਾਹਮਣੇ ਆਏ, ਜੋ ਉਹਨਾਂ ਨੇ ਠੀਕ ਕਰਕੇ 1952 ਵਾਲੀ ਬੀੜ ਨੂੰ ਛਾਪਿਆ ਜੀ। 1952 ਵਾਲੀ ਬੀੜ ਦੇ ਕੁਝ ਪੰਨੇ ਆ, ਮੈਂ ਆਪ ਨਾਲ ਫਿਰ ਸਾਂਝੇ ਕਰ ਰਿਹਾ ਵਾਂ। ਪੰਨਾ ਨੰਬਰ 8, ਸੋਦਰ ਬਾਣੀ ਦੇ ਸਿਰਲੇਖ ਤੋਂ ਪਹਿਲਾਂ ਮੰਗਲਾਚਰਨ ਲਿਖਿਆ ਹੋਇਆ। ਵੇਖੋ ਤੁਸੀਂ ਦੇਖਦੇ ਹੋ ਨਾ, ਲਾਲ ਸਰਕਲ ਲਗਾਇਆ ਹੋਇਆ ਜੀ। ਜਿਹੜਾ ਮੰਗਲਾਚਰਨ ਆ ਉਹ ਪਹਿਲਾਂ ਦਿੱਤਾ ਹੋਇਆ, ਜਦੋਂ ਕਿ ਹੁਣ ਵਾਲੀਆਂ ਬੀੜਾਂ ਵਿੱਚ ਸਾਰਾ ਕੁਝ ਉਹਨਾਂ ਨੇ ਬੇਤਰਤੀਬਾ ਕਰਕੇ ਸੋਦਾ ਰਾਗ ਆਸਾ ਮਹਿਲਾ ਪਹਿਲਾ, ਫਿਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ ਹੈ। ਉਹਦੀ ਤਸਵੀਰ ਵੀ ਮੈਂ ਅੱਗੇ ਜਾ ਕੇ ਆਪਣੇ ਨਾਲ ਸਾਂਝੀ ਕਰਦਾ ਜੀ। ਇਹ ਪੰਨਾ ਨੰਬਰ 12 ਦੀ ਤਸਵੀਰ ਹੈ ਜੀ। ਇੱਥੇ ਸੋਹਿਲਾ ਸਾਹਿਬ ਦੀ ਬਾਣੀ ਤੋਂ ਪਹਿਲਾਂ ਵੀ ਆਪਾਂ ਵੇਖ ਸਕਦੇ ਹਾਂ ਵੀ ਮੰਗਲਾਚਰਨ ਜਿਹੜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਉਸ ਤੋਂ ਬਾਅਦ ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ ਸਿਰਲੇਖ ਦਿੱਤਾ ਹੋਇਆ ਹੈ ਜੀ। ਤੇ ਜਿਹੜਾ ਇਹ ਸਭ ਕੁਝ ਬਾਅਦ ਵਿੱਚ ਬੇਤਰਤੀਬਾ ਕਰ ਦਿੱਤਾ ਗਿਆ ਹੈ ਜੀ। ਪੰਨਾ ਨੰਬਰ 1353 ਇਹ ਤਸਵੀਰ ਹੈ ਜੀ। ਇੱਕ ਬਹੁਤ ਜ਼ਰੂਰੀ ਸੰਕੇਤ ਇਹਦੇ ਵਿੱਚ ਮੈਂ ਆਪਣੇ ਨਾਲ ਸਾਂਝਾ ਕਰ ਰਿਹਾ ਵਾਂ। ਇਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹਜ਼ੂਰ ਦੀ ਬਾਣੀ ਅਤੇ ਗੁਰੂ ਅੰਗਦ ਸੱਚੇ ਪਾਤਸ਼ਾਹ ਹਜ਼ੂਰ ਦੀ ਬਾਣੀ ਨੂੰ ਨਿਖੇੜਨ ਵਾਸਤੇ ਇੱਕ ਓਂਕਾਰ ਦਾ ਮੰਗਲਾਚਰਨ ਜਿਹੜਾ ਵਿੱਚ ਦਿੱਤਾ ਹੋਇਆ ਹੈ। ਔਰ ਕਰਤਾਰਪੁਰੀ ਬੀੜ ਦੇ ਵਿੱਚ ਵੀ ਇਹ ਮੰਗਲ ਹੈਗਾ ਹੈ ਜੀ, ਪਰ ਹੁਣ ਦੀਆਂ ਬੀੜਾਂ ਵਿੱਚੋਂ ਇਹ ਮੰਗਲ ਉਡਾ ਦਿੱਤਾ ਗਿਆ ਹੈ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਗੁਰੂ ਅੰਗਦ ਸਾਹਿਬ ਜੀ ਬਾਣੀ ਨੂੰ ਨਾਲ ਕਰ ਦਿੱਤਾ, ਜੋੜ ਦਿੱਤਾ ਗਿਆ ਹੈ, ਜਿਹਦੇ ਤੋਂ ਪਾਠਕਾਂ ਨੂੰ ਕੁਝ ਵੀ ਸਮਝ ਨਹੀਂ ਆ ਸਕਦੀ ਜੀ ਕਿ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਆ ਜਾਂ ਕਿ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਆ। ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਦਰਜ ਕੀਤੇ ਹੋਏ ਹਨ ਅਤੇ ਉਸ ਤੋਂ ਪਹਿਲਾਂ ਇੱਕ ਓਂਕਾਰ ਦਾ ਮੰਗਲਾਚਰਨ ਦਿੱਤਾ ਹੋਇਆ ਹੈ, ਜਿਸ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਰਜ਼ੀ ਨਾਲ ਹੁਣ ਵਾਲੇ ਸਰੂਪ ਵਿੱਚੋਂ ਡਿਲੀਟ ਕਰ ਦਿੱਤਾ ਹੈ, ਜਦੋਂ ਕਿ ਇਹ ਮੰਗਲਾਚਰਨ ਕਰਤਾਰਪੁਰ ਵਾਲੀ ਬੀੜ ਵਿੱਚ ਵੀ ਦਰਜ ਹੈ, ਜਿਸ ਨੂੰ ਕਿ ਉਹ ਆਪਣੀ ਛਪਵਾਈ ਕੋਈ ਬੀੜ ਦਾ ਆਧਾਰ ਮੰਨਦੇ ਹਨ। ਉਸ ਫੋਟੋ ਦੇ ਵੀ ਦਰਸ਼ਨ ਕਰੋ ਜੀ। ਆ ਵੇਖੋ ਜੀ, ਮੈਂ ਜਿਹੜੀ ਕਰਤਾਰਪੁਰੀ ਬੀੜ ਦੇ ਉਸ ਪੰਨੇ ਦੀ ਤਸਵੀਰ ਆਪ ਨਾਲ ਸਾਂਝੀ ਕਰ ਰਿਹਾ। ਉੱਤੇ ਇੱਕ ਓਂਕਾਰ ਦਾ ਮੰਗਲਾਚਰਨ ਦਾ ਇੰਦਰਾਜ ਵਿੱਚ ਦਿੱਤਾ ਹੋਇਆ ਹੈ ਜੀ। ਇੱਕ ਹੋਰ ਬੀੜ ਹੈ ਜੀ, ਅਨੰਦਪੁਰ ਸਾਹਿਬ ਇਹ ਬੀੜ ਪਈ ਹੈ ਜੀ ਸੋਢੀਆਂ ਦੇ ਕੋਲ, ਤੇ ਇਹਦੇ ਵਿੱਚ ਵੀ ਵੇਖੋ ਤੁਸੀਂ ਇੱਕ ਓਂਕਾਰ ਦਾ ਇੰਦਰਾਜ ਜਿਹੜਾ ਹੈ
ਦਿੱਤਾ ਹੋਇਆ ਹੈ। ਜਿਹੜੀ ਸ਼੍ਰੋਮਣੀ ਕਮੇਟੀ ਨੇ, ਜਿਹਦਾ ਆਪਾਂ ਅੱਗੇ ਜਾ ਕੇ ਜ਼ਿਕਰ ਵੀ ਕਰਾਂਗੇ, ਪਾਠ ਭੇਦਾਂ ਦੀ ਸੂਚੀ ਤਿਆਰ ਕੀਤੀ ਸੀ, ਉਹਦੇ ਵਿੱਚ ਵੀ ਦਿੱਤਾ ਹੋਇਆ ਵੀ ਇੱਥੇ ਸ਼ਲੋਕ ਸੰਸਕ੍ਰਿਤੀ ਸ਼ਲੋਕਤਾ ਬਾਅਦ ਉਹਨਾਂ ਨੂੰ ਇੱਕ ਬੀੜ ਮਿਲੀ, ਜਿਹਦੇ ਵਿੱਚ ਪੂਰਾ ਮੰਗਲ ਦਿੱਤਾ ਹੋਇਆ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਤਿੰਨੇ ਤਸਵੀਰਾਂ ਮੈਂ ਆਪ ਜੀ ਨਾਲ ਇੱਥੇ ਸਾਂਝੀਆਂ ਕੀਤੀਆਂ ਨੇ, ਤਾਂ ਕਿ ਆਪ ਜੀ ਦੀ ਜਾਣਕਾਰੀ ਵਿੱਚ ਜਿਹੜਾ ਉਹ ਗੱਲ ਲਿਆਂਦੀ ਜਾ ਸਕੇ। ਵਪਾਰੀ ਬਿਰਤੀ ਵਾਲੇ ਪ੍ਰਾਈਵੇਟ ਛਾਪਕਾਂ ਨੇ ਇਸਦਾ ਜਦੋਂ 1952 ਦੇ ਵਿੱਚ ਬੀੜ ਛਾਪੀ ਗਈ, ਤਾਂ ਕਿਉਂਕਿ ਜਿਹੜੇ ਪ੍ਰਾਈਵੇਟ ਛਾਪਕ ਸੀਗੇ, ਉਹਨਾਂ ਦੇ ਧੰਦੇ ਨੂੰ ਸੱਟ ਲੱਗੀ, ਉਹਨਾਂ ਨੂੰ ਪੈਸੇ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਤਾਂ ਬਹੁਤ ਲਾਗਤ ਮਾਤਰ ਉਹਦੀ ਭੇਟਾ ਰੱਖੀ ਸੀਗੀ, ਤੇ ਸਾਰਿਆਂ ਨੇ ਸ਼੍ਰੋਮਣੀ ਕਮੇਟੀ ਕੋਲੋਂ ਉਹ ਬੀੜ ਜਿਹੜੀ ਆ ਲੈਣੀ ਆਰੰਭ ਕਰ ਦਿੱਤੀ। ਤੇ ਇਹਦੇ ਨਾਲ ਪ੍ਰਾਈਵੇਟ ਛਾਪਕਾਂ ਦੇ ਵਿੱਚ ਜਦੋਂ ਉਹਨਾਂ ਨੂੰ ਘਾਟਾ ਪੈਣਾ ਸ਼ੁਰੂ ਹੋਇਆ, ਤਾਂ ਉਹਨਾਂ ਨੇ ਚੀਫ ਖਾਲਸਾ ਦੀਵਾਨ ਨੂੰ ਇਹਦੇ ਵਿੱਚ ਪਾਰਟੀ ਬਣਾ ਲਿਆ ਤੇ ਪ੍ਰਚਾਰ ਕਰਨਾ ਇਹ ਸ਼ੁਰੂ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਭਾਈ ਬਾਣੀ ਬਦਲ ਦਿੱਤੀ ਆ, ਮੰਗਲ ਉੱਪਰ ਕਰ ਦਿੱਤੇ ਨੇ, ਜਿਹੜੇ ਕਿ ਨਹੀਂ ਹੋਣੇ ਚਾਹੀਦੇ। ਇਸ ਬਾਰੇ ਬਾਰੰਬਾਰ ਵਿਦਵਾਨਾਂ ਦੀਆਂ ਮੀਟਿੰਗਾਂ ਅਤੇ ਗੰਭੀਰ ਮਸਲੇ ਬਾਰੇ ਵਿਚਾਰਾਂ ਹੁੰਦੀਆਂ ਰਹੀਆਂ। ਇਸ ਵਿੱਚ ਬਾਬਾ ਹਰਕ੍ਰਿਸ਼ਨ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਸਰਦਾਰ ਹਰਨਾਮ ਸਿੰਘ ਜੱਜ ਹਾਈ ਕੋਰਟ, ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਹੋਰ ਬਹੁਤ ਸਾਰੇ ਵਿਦਵਾਨ ਸਮੇਂ ਭਾਗ ਲੈਂਦੇ ਰਹੇ। ਇਹਦਾ ਜ਼ਿਕਰ ਜਿਹੜਾ ਹੈ ਉਹ ਕਿਤਾਬਚਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ, ਉਹਦੇ ਵਿੱਚ ਭਲੀਭਾਂਤ ਕੀਤਾ ਹੋਇਆ। ਉਹਨਾਂ ਨੇ ਆਖਰ 1964 ਵਿੱਚ ਜਦੋਂ ਸੰਤ ਫਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਹੋਏ, ਤਾਂ ਉਹਨਾਂ ਨੇ ਡੇਰੇਦਾਰਾਂ ਅਤੇ ਵਪਾਰੀਆਂ ਦੇ ਕਹਿਣ ਉੱਤੇ ਉਹ ਸਾਰੇ ਬਲਾਕ ਤੁੜਵਾ ਦਿੱਤੇ, ਜਿਹੜੇ ਬਹੁਤ ਮਿਹਨਤ ਨਾਲ ਮਾਸਟਰ ਤਾਰਾ ਸਿੰਘ ਜੀ ਦੇ ਵੇਲੇ ਉਹ ਬਲਾਕ ਚੁਕਵਾਈ ਵੇਲੇ ਬਣਵਾਏ ਗਏ ਸੀਗੇ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਕੰਪਿਊਟਰ ਤਾਂ ਹੈ ਨਹੀਂ ਸੀ ਉਸ ਵੇਲੇ, ਉਹ ਬਲਾਕ ਇੱਕੋ ਵਾਰੀ ਬਣਵਾ ਲਏ ਗਏ, ਤਾਂ ਕਿ ਜਦੋਂ ਵੀ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਵਾਈ ਹੋਵੇ ਤਾਂ ਉਹਦੇ 'ਚ ਕੋਈ ਗਲਤੀ ਨਾ ਰਹੇ, ਉਹਨੂੰ ਬਾਰ-ਬਾਰ ਕੰਪੋਜ਼ ਨਾ ਕਰਨਾ ਪਵੇ। ਤਾਂ ਉਹ ਬਲਾਕ ਤੁੜਵਾ ਕੇ ਮੁੜ ਕੇ ਫਿਰ ਤੋਂ ਬੇਤਰਤੀਬੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਆਰੰਭ ਕਰਵਾ ਦਿੱਤੀ ਗਈ। ਸ਼ਬਦਾਰਥ ਦੀਆਂ ਸੈਂਚੀਆਂ ਅਤੇ ਗੁਟਕਿਆਂ ਆਦਿ ਵਿੱਚ ਵੀ ਸਾਰੀ ਬੇਤਰਤੀਬੀ ਨਾਲ ਛਾਪਣੇ ਆਰੰਭ ਕਰ ਦਿੱਤੇ ਗਏ। ਹੁਣ ਮੈਂ ਸਾਂਝੀ ਕਰ ਰਿਹਾ ਜੀ ਇਹ ਤਸਵੀਰਾਂ, ਜਿਹੜੀ ਹੁਣ ਵਾਲੀ ਸ਼੍ਰੋਮਣੀ ਕਮੇਟੀ ਦੀ ਬੀੜ ਦਾ ਇੱਕ ਪੰਨਾ ਹੈ 1353, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਤੇ ਇੱਕ ਓਂਕਾਰ ਦਾ ਮੰਗਲ ਡਿਲੀਟ ਕਰ ਦਿੱਤਾ ਗਿਆ, ਉਹਦੀ ਤਸਵੀਰ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਵੀ ਦੇਖੋ, ਇੱਕ ਓਂਕਾਰ ਦਾ ਮੰਗਲ ਇੱਥੋਂ ਡਿਲੀਟ ਕੀਤਾ ਹੋਇਆ। ਸਾਰੀ ਬਾਣੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਦੀ ਬਾਣੀ ਤੇ ਗੁਰੂ ਅੰਗਦ ਸਾਹਿਬ ਦੀ ਬਾਣੀ ਨੂੰ ਇਕੱਠਾ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਜਿਵੇਂ ਮੈਂ ਜ਼ਿਕਰ ਕੀਤਾ ਆਪ ਜੀ ਨਾਲ ਵੀ ਪਹਿਲਾਂ ਸ਼ਬਦਾਰਥ ਦੀਆਂ ਸੈਂਚੀਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਗੁਰੂ ਅੰਗਦ ਸਾਹਿਬ ਦੀ ਬਾਣੀ ਨੂੰ ਨਿਖੇਰਨ ਲਈ ਇੱਕ ਓਂਕਾਰ ਦਾ ਮੰਗਲਾਚਰਨ ਉਹਦੇ ਵਿੱਚ ਦਰਜ ਸੀਗਾ, ਉਹਦੀ ਤਸਵੀਰ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ। ਬਾਅਦ ਵਿੱਚ ਜਦੋਂ ਇਹੀ ਸ਼ਬਦਾਰਥ ਫਿਰ ਛਾਪਿਆ ਗਿਆ, ਉਹਦੇ ਵਿੱਚੋਂ ਇੱਕ ਓਂਕਾਰ ਦਾ ਮੰਗਲ ਜਿਹੜਾ ਹੈ ਡਿਲੀਟ ਕਰ ਦਿੱਤਾ ਗਿਆ ਜੀ। ਗੁਰਬਾਣੀ ਜਿਵੇਂ ਮੈਂ ਟਕਸਾਲ ਦਮਦਮੀ ਟਕਸਾਲ ਜਿਹੜੀ ਹੈ ਜੀ, ਉਹਨਾਂ ਨੇ ਇੱਕ ਪੁਸਤਕ ਛਾਪੀ ਹੋਈ ਆ, ਗੁਰਬਾਣੀ ਪਾਠ ਦਰਪਣ। 1960 ਵਿੱਚ ਪਹਿਲਾਂ ਇਹ ਛਪੀ ਸੀਗੀ, ਬਾਅਦ ਵਿੱਚ ਮਹਿਤਾ ਵਾਲਿਆਂ ਨੇ ਇਹਨੂੰ ਦੁਬਾਰਾ ਛਾਪਿਆ ਹੈ ਜੀ, ਤੇ ਉਹਦੇ ਵਿੱਚ ਵੀ ਇਹ ਜ਼ਿਕਰ ਕੀਤਾ ਹੋਇਆ ਹੈ ਕਿ 1500 ਪਾਠ ਭੇਦ ਜਿਹੜੇ ਨੇ ਉਹ ਦਮਦਮੀ ਬੀੜ ਵਿੱਚ ਤੇ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਹੈਗੇ ਨੇ ਜੀ। ਸੋ ਪਾਠ ਦਰਪਣ ਵਿੱਚ ਤਕਰੀਬਨ 1500 ਪਾਠ ਭੇਦਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਕਿ ਦਮਦਮੀ ਬੀੜ ਦੇ ਪਾਠ ਨਾਲ ਨਹੀਂ ਮਿਲਦੇ। ਉਸ ਵਿੱਚੋਂ ਇੱਕ ਤਸਵੀਰ ਆਪ ਜੀ ਨਾਲ ਸਾਂਝੀ ਕਰ ਰਿਹਾ। ਇੱਥੋਂ ਇਹ ਗੱਲ ਦ੍ਰਿੜ ਹੁੰਦੀ ਆ ਬਈ ਪਹਿਲਾਂ ਇਹ ਪਾਠ ਭੇਦ ਸੀਗੇ, ਬਾਅਦ ਵਿੱਚ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਾਅਦ ਵਿੱਚ ਫਿਰ ਉਹਨਾਂ ਨੂੰ ਉਥਲ-ਪੁਥਲ ਕਰ ਦਿੱਤਾ ਗਿਆ। ਇਹਦਾ ਜ਼ਿਕਰ ਜਿਹੜਾ ਹੈ ਪ੍ਰੋੜਤਾ ਵਾਸਤੇ ਦਮਦਮੀ ਟਕਸਾਲ ਨੇ ਵੀ ਮੰਨਿਆ ਹੈ ਵੀ ਇਹ ਜਿਹੜੇ ਪਾਠ ਭੇਦ ਨੇ ਇਹ ਉਕਾਈਆਂ ਨੇ ਛਪਾਈ ਵੇਲੇ ਰਹਿ ਗਈਆਂ ਸੀ। ਸਮੇਂ-ਸਮੇਂ ਬਹੁਤ ਸਾਰੇ ਪੰਥ ਦਰਦੀਆਂ ਅਤੇ ਸਥਾਪਿਤ ਵਿਦਵਾਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਪਾਠ ਭੇਦਾਂ ਦੀਆਂ ਬਹੁਤ ਸਾਰੀਆਂ ਸ਼ੁੱਧੀਆਂ ਬਾਰੇ ਆਗਾਹ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਉਦਮ ਕਰਕੇ 1975 ਵਿੱਚ ਸਰਦਾਰ ਰਣਧੀਰ ਸਿੰਘ, ਗਿਆਨੀ ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ ਜੀ ਨਿਹੰਗ 3 ਵਿਦਵਾਨਾਂ ਦੀ ਇੱਕ ਕਮੇਟੀ ਬਣਾਈ, ਜਿਨ੍ਹਾਂ ਨੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਹੱਥ ਲਿਖਤ ਬੀੜਾਂ ਨੂੰ ਆਧਾਰ ਬਣਾ ਕੇ ਪਾਠ ਭੇਦਾਂ ਦੀ ਇੱਕ ਸੂਚੀ ਤਿਆਰ ਕੀਤੀ।
ਉਹਨਾਂ ਨੇ ਸੋਚਿਆ ਇੱਕ ਸੂਚੀ ਤਿਆਰ ਕੀਤੀ ਜਾਵੇ ਤਾਂ ਕਿ ਇਸ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਸਕਣ। ਇਸ ਕਮੇਟੀ ਨੇ ਬਹੁਤ ਮਿਹਨਤ ਨਾਲ 5000 ਤੋਂ ਵੱਧ ਪਾਠ ਭੇਦਾਂ ਦੀ ਇੱਕ ਸੂਚੀ ਤਿਆਰ ਕੀਤੀ, ਜਿਸ ਦੀ ਭੂਮਿਕਾ ਉਸ ਵੇਲੇ ਦੇ ਸ੍ਰੀ ਦਰਬਾਰ ਸਾਹਿਬ ਦੇ ਹਰਗ੍ਰੰਥੀ ਭਾਈ ਕਿਰਪਾਲ ਸਿੰਘ ਜੀ, ਜੋ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਣੇ, ਉਹਨਾਂ ਨੇ ਲਿਖੀ। ਇਹ ਵੱਡ ਆਕਾਰੀ ਪੁਸਤਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਛਪਵਾਇਆ ਗਿਆ, ਲੇਕਿਨ ਅਫਸੋਸ ਇਸ ਦੇ ਉੱਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਕਦੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਹੋਇਆ ਕਿ ਜਿਹੜੀ ਸੰਸਥਾ ਨੇ ਕੋਈ ਧਰਮ ਗ੍ਰੰਥ ਲਿਖਿਆ ਹੋਵੇ, ਉਹਦੀਆਂ ਜਿਹੜੀਆਂ ਐਰਰਸ ਨੇ ਉਹ ਉਹਨਾਂ ਨੇ ਲੱਭ ਤਾਂ ਲਏ ਹੋਣ, ਪਰ ਕਦੀ ਉਹਨਾਂ ਨੂੰ ਫਿਕਸ ਨਾ ਕੀਤਾ ਹੋਏ। ਇਹ ਗੱਲ ਜਿਹੜੀ ਆ ਇਹ ਮੈਂ ਉਸ ਹੱਥ ਜਿਹੜੀ ਪਾਠ ਭੇਦਾਂ ਦੀ ਸੂਚੀ ਸੀ ਜੀ, ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ। ਉਹਦਾ ਪਹਿਲਾ ਪੰਨਾ ਅੰਦਰ ਜੋ ਉਹਨਾਂ ਨੇ ਹੱਥ ਲਿਖਤ ਬੀੜਾਂ ਦੇ ਉੱਤੋਂ ਠੀਕ ਪਾਠ ਲੱਭਿਆ, ਉਹਦੇ ਤੇ ਸ਼ੁੱਧ ਪਾਠ ਦਿੱਤਾ ਹੋਇਆ ਜੀ। ਜਿਹੜਾ ਪਹਿਲਾ ਅਸ਼ੁੱਧ ਪਾਠ ਸੀਗਾ ਉਹਦਾ ਵੀ ਖਾਨਾ ਦਿੱਤਾ ਹੋਇਆ ਹੈ। ਜਿਹੜੀ ਬੀੜ ਵਿੱਚੋਂ ਇਹ ਸ਼ੁੱਧ ਪਾਠ ਉਹਨਾਂ ਨੂੰ ਲੱਭਿਆ, ਉਸ ਬੀੜ ਦੇ ਸਾਰੇ ਪੰਨਾ ਨੰਬਰ ਤੇ ਉਹਨਾਂ ਦੀ ਉਹ ਬੀੜ ਦਾ ਨੰਬਰ ਦਿੱਤਾ ਹੈ, ਜੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਈਆਂ ਹੋਈਆਂ ਸੀ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1977 ਵਿੱਚ ਛਪੀ ਪਾਠ ਭੇਦਾਂ ਦੀ ਸੂਚੀ, ਜਿਸ ਅਨੁਸਾਰ ਕਦੀ ਵੀ ਅਸ਼ੁੱਧੀਆਂ ਨੂੰ ਸੋਧਿਆ ਨਹੀਂ ਗਿਆ। ਪੰਨਾ 777 ਦੀ ਇੱਕ ਮੈਂ ਤਸਵੀਰ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ। ਸ਼੍ਰੋਮਣੀ ਕਮੇਟੀ ਵੱਲੋਂ ਪਾਠ ਭੇਦਾਂ ਦੀ ਸੂਚੀ ਤਿਆਰ ਕਰਨ ਲਈ ਬਣਾਈ ਵਿਦਵਾਨਾਂ ਦੀ ਕਮੇਟੀ ਵੱਲੋਂ ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਦਾ ਨੰਬਰ ਦੇ ਕੇ ਤੇ ਦੱਸਿਆ ਗਿਆ ਹੈ ਕਿ ਜਿਹੜਾ ਪਾਠ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਕਿ ਸੋ ਕਹੋ ਟਲ ਗੁਰ ਸੇਵੀਆ, ਉਹ ਦਰਅਸਲ ਸੋ ਕਹੋ ਕੱਲ ਗੁਰ ਸੇਵੀਆ ਹੈ। ਜਦੋਂ ਕਿ ਉਤਾਰਾ ਕਰਨ ਲੱਗਿਆ ਕੱਲ ਦੀ ਥਾਂ ਟਲ ਲਿਖਿਆ ਗਿਆ ਅਤੇ ਅੱਗੋਂ ਉਹੀ ਪ੍ਰਚਲਿਤ ਹੋ ਗਿਆ, ਜਦੋਂ ਕਿ ਟਲ ਨਾਂ ਦਾ ਕੋਈ ਭੱਟ ਇਤਿਹਾਸ ਵਿੱਚ ਨਹੀਂ ਹੋਇਆ। ਇਹ ਉਹਨਾਂ ਵਿਦਵਾਨਾਂ ਦੀ ਰਾਏ ਹੈ ਜੀ। ਹੁਣ ਡੇਰਾਵਾਦੀਆਂ ਨੇ ਦਾ ਜੋ ਪ੍ਰਭਾਵ ਪਿਆ, ਸੋਚ ਕੇ ਡੇਰਾਵਾਦ ਦੇ ਪ੍ਰਭਾਵ ਥੱਲੇ ਇਸ ਰਿਪੋਰਟ ਦੀਆਂ ਕਾਪੀਆਂ ਸਾੜ ਦਿੱਤੀਆਂ ਗਈਆਂ। ਜਦੋਂ ਡੇਰਾਵਾਦ ਨੇ ਜ਼ੋਰ ਪਾਇਆ ਤਾਂ ਸ਼੍ਰੋਮਣੀ ਕਮੇਟੀ ਨੇ ਡਰਦਿਆਂ ਮਾਰਿਆਂ ਨੇ ਇਹ ਸਾਰੀਆਂ ਕਾਪੀਆਂ ਗੋਇੰਦਵਾਲ ਸਾਹਿਬ ਲੈ ਗਏ ਜੀ। ਤੇ ਉੱਥੇ ਗੋਇੰਦਵਾਲ ਸਾਹਿਬ ਦੇ ਸਥਾਨ ਤੇ ਕਾਪੀਆਂ ਸਾੜੀਆਂ ਜਾ ਰਹੀਆਂ ਸਨ। ਤਾਂ ਕੁਝ ਪੰਥ ਦਰਦੀ ਉੱਥੇ ਆਲਰੇਡੀ ਉੱਥੇ ਸੀਗੇ, ਦਰਸ਼ਨ ਕਰਨ ਗਏ ਹੋਏ ਸੀਗੇ ਸਾਡੀ ਚੰਗੀ ਕਿਸਮਤ ਨੂੰ। ਤਾਂ ਕਿਸੇ ਨੇ ਯਤਨ ਨਾਲ ਕੁਝ ਕਾਪੀਆਂ ਉਹਨਾਂ ਸੇਵਾਦਾਰਾਂ ਤੋਂ ਮਾਇਆ ਦੇ ਕੇ ਲੈ ਲਈਆਂ, ਪਿਆਰ ਨਾਲ ਲੈ ਲਈਆਂ, ਜੋ ਕੁਝ ਵੀ ਹੋਇਆ ਉਹਨਾਂ ਨੇ ਕੁਝ ਕਾਪੀਆਂ ਲੈ ਲਈਆਂ, ਜੋ ਹੁਣ ਵੀ ਕੁਝ ਪੰਥ ਦਰਦੀਆਂ ਕੋਲ ਸਾਂਭੀਆਂ ਪਈਆਂ ਹਨ। ਮੇਰੇ ਇੱਕ ਮਿੱਤਰ ਨੇ ਪਰਮਿੰਦਰ ਸਿੰਘ ਸ਼ੌਂਕੀ, ਉਹਨਾਂ ਦੇ ਕੋਲ 2 ਕਾਪੀਆਂ ਇਹਦੀਆਂ ਅਸਲ ਪਈਆਂ ਹੋਈਆਂ ਨੇ ਜੀ। ਤੇ ਇਹਦਾ ਜਿਹੜਾ ਪਾਠ ਭੇਦਾਂ ਦੀ ਸਾਰਾ ਉਤਾਰਾ ਹੈ ਉਹ ਡਿਜੀਟਲ ਲਾਇਬ੍ਰੇਰੀ ਵਿੱਚ ਵੀ ਸਾਂਭਿਆ ਗਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਕਦੇ ਵੀ ਇਹਨਾਂ ਪਾਠ ਭੇਦਾਂ ਨੂੰ ਦੁਰਸਤ ਕਰਨ ਦਾ ਅੱਜ ਤੱਕ ਵੀ ਕਦੀ ਕੋਈ ਉਦਮ ਉਪਰਾਲਾ ਨਹੀਂ ਕੀਤਾ ਜੀ। ਸ਼੍ਰੋਮਣੀ ਕਮੇਟੀ ਨੇ ਜਾਣ ਬੁੱਝ ਕੇ 1962 ਵਿੱਚ ਮੁੜ ਇਹ ਗਲਤੀਆਂ ਕੀਤੀਆਂ। ਇਹ ਪਹਿਲੀ ਵਾਰ ਹੋਇਆ ਕਿ ਕਿਸੇ ਸੰਸਥਾ ਨੇ ਆਪ ਹੀ ਕਮੇਟੀ ਬਣਾਈ ਹੋਵੇ, ਪਾਠ ਭੇਦਾਂ ਦੀ ਸੂਚੀ ਤਿਆਰ ਕੀਤੀ ਹੋਵੇ, ਲੇਕਿਨ ਉਹਨਾਂ ਨੂੰ ਦੁਰਸਤ ਨਾ ਕੀਤਾ ਗਿਆ ਹੋਵੇ। ਇਸ ਤੋਂ ਵੱਧ ਅਫਸੋਸਨਾਕ ਗੱਲ ਹੋਰ ਕੀ ਹੋ ਸਕਦੀ ਹੈ। ਇਹਦੇ ਬਾਰੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਜੀ। ਇਸ ਪੁਸਤਕ ਦੇ ਕੁਝ ਪੰਨਿਆਂ ਦੀ ਫੋਟੋ ਅਗਲੀ ਸਲਾਈਡ ਵਿੱਚ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਕਰ ਲਈਆਂ ਨੇ ਜੀ। ਅਗਲੀ ਜਿਹੜਾ ਉਪਰਾਲਾ ਹੋਇਆ ਉਹ 1995 ਵਿੱਚ ਉਸ ਵੇਲੇ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੇ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਹੜੇ ਸੀਗੇ ਪ੍ਰੋਫੈਸਰ ਮਨਜੀਤ ਸਿੰਘ ਜੀ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌੜਾ ਦੇ ਧਿਆਨ ਵਿੱਚ ਲਿਆਂਦਾ ਕਿ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਜਾਂਦੀਆਂ ਬੀੜਾਂ, ਸ਼ਬਦਾਰਥ ਸੈਂਚੀਆਂ ਅਤੇ ਗੁਟਕਿਆਂ ਵਿੱਚ ਛਾਪੇ ਦੀਆਂ ਬਹੁਤ ਸਾਰੀਆਂ ਉਕਾਈਆਂ ਨਜ਼ਰ ਆ ਰਹੀਆਂ ਨੇ। ਜਥੇਦਾਰ ਸਾਹਿਬ ਦੇ ਜ਼ੋਰ ਦੇਣ ਤੇ ਸਰਦਾਰ ਗੁਰਚਰਨ ਸਿੰਘ ਟੌੜਾ ਜੀ ਨੇ ਇੱਕ 7 ਮੈਂਬਰੀ ਕਮੇਟੀ ਬਣਾਈ, ਜਿਸ ਨੇ 1996 ਤੋਂ ਬਹੁਤ ਮਿਹਨਤ ਨਾਲ ਸੰਬੰਧੀ ਰਿਪੋਰਟ ਤਿਆਰ ਕਰਨ ਦਾ ਉਪਰਾਲਾ ਕੀਤਾ। ਲੇਕਿਨ ਫਿਰ ਡੇਰਾਵਾਦ ਦੇ ਪ੍ਰਭਾਵ ਥੱਲੇ ਸ਼੍ਰੋਮਣੀ ਕਮੇਟੀ ਤੇ ਜ਼ੋਰ ਪਾਇਆ ਗਿਆ ਅਤੇ ਇਹ ਕਮੇਟੀ ਆਪਣੀ ਰਿਪੋਰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1100 ਪੰਨਿਆਂ ਤੱਕ ਹੀ ਤਿਆਰ ਕਰ ਸਕੀ ਅਤੇ ਆਪਣੀ ਇਹ ਅਧੂਰੀ ਰਿਪੋਰਟ
ਉਸ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ। ਇਸ ਰਿਪੋਰਟ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਦੇ ਚਿੱਤਰ ਅਗਲੀ ਸਲਾਈਡ ਵਿੱਚ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ ਜੀ। 1996 ਵਾਲੀ ਰਿਪੋਰਟ ਦੀ ਕਾਪੀ ਦੀਆਂ 2 ਫੋਟੋਆਂ ਨੇ ਜੀ। ਇਹਦੇ ਮੈਂ ਬੇਨਤੀ ਕਰਾਂਗਾ ਆਪ ਜੀ ਨੂੰ ਵੀ ਜਿਹਨੂੰ ਵੀ ਇਹ ਰਿਪੋਰਟ ਚਾਹੀਦੀ ਹੋਵੇ ਮੈਂ ਆਪ ਜੀ ਨੂੰ ਭੇਜ ਸਕਦਾ ਵਾਂ। ਉਸ ਤਰ੍ਹਾਂ ਗਿਆਨੀ ਜਗਤਾਰ ਸੋਨਾ ਨੇ ਆਪਣੀ ਪੁਸਤਕ ਵਿੱਚ ਵੀ ਇਸ ਰਿਪੋਰਟ ਦੀ ਸਾਰੀ ਮਤਲਬ ਸ਼ਾਮਿਲ ਕਰ ਦਿੱਤਾ ਹੋਇਆ ਹੈ। ਇਹਦੇ ਜਿਹੜੇ 10 ਪੰਨੇ ਪਹਿਲੇ ਨੇ ਨਾ ਜੀ, ਉਹ ਹਰ ਇੱਕ ਵਿਦਵਾਨ ਸੱਜਣ ਨੂੰ, ਹਰ ਇੱਕ ਗੁਰੂ ਨਾਨਕ ਨਾਮ ਲੇਵਾ ਨੂੰ ਪੜ੍ਹਨੇ ਚਾਹੀਦੇ ਨੇ। ਬਹੁਤ ਹੀ ਜ਼ਰੂਰੀ ਇੰਡੀਕੇਸ਼ਨ ਜਿਹੜੀਆਂ ਨੇ ਉਹ ਇਸ ਕਮੇਟੀ ਨੇ ਇਹ ਪਹਿਲੇ 10 ਪੰਨਿਆਂ ਵਿੱਚ ਦਿੱਤੀਆਂ ਹੋਈਆਂ ਨੇ। ਇੱਕ ਬੜੀ ਜ਼ਰੂਰੀ ਐਂਟਰੀ ਜਿਹੜੀ ਇਸ ਰਿਪੋਰਟ ਦੀ ਹੈਗੀ ਆ, ਉਹ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹਾਂਗਾ। ਉਹਨਾਂ ਨੇ ਹੈਡਿੰਗ ਦਿੱਤਾ ਹੈ, ਗਲਤਫਹਿਮੀ ਦਾ ਸਮਾਧਾਨ। ਪੀੜਾਂ ਦੀ ਛਪਾਈ ਸੰਬੰਧੀ ਵਾਸਤਵਿਕ ਸਮੱਸਿਆ ਤੋਂ ਬੇਖਬਰ ਕੁਝ ਵੀਰ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਪੀੜਾਂ ਵਿਚਲੀਆਂ ਛਾਪੇ ਦੀਆਂ ਗਲਤੀਆਂ ਦੀ ਚਰਚਾ ਕਰਨ ਵਾਲੇ ਵਿਅਕਤੀਆਂ ਉੱਤੇ ਕੁਫਰ ਦਾ ਦੋਸ਼ ਥੱਪਣ ਤੱਕ ਜਾਂਦੇ ਹਨ। ਜੇ ਅਜਿਹੇ ਵੀਰ ਆਪਣੀ ਹਠ ਧਰਮੀ ਛੱਡ ਕੇ ਧੀਰਜ ਤਹੱਮਲ ਨਾਲ ਵਿਚਾਰ ਖੇਤਰ ਵਿੱਚ ਆਉਣ ਦੀ ਖੇਚਲ ਕਰਨ ਤਾਂ ਉਹਨਾਂ ਨੂੰ ਬੀੜਾਂ ਦੀ ਛਪਾਈ ਵਿੱਚ ਛਾਪੇ ਦੀਆਂ ਗਲਤੀਆਂ ਦੀ ਹੋਂਦ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ। ਜਿਵੇਂ ਕਿ ਮੈਂ ਆਪਣੀ ਇਸ ਪ੍ਰੈਜੈਂਟੇਸ਼ਨ ਵਿੱਚ ਬਹੁਤ ਸਾਰੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ। ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਇਸ ਅਸਲੀਅਤ ਨੂੰ ਹਊ ਪਰੇ ਹੀ ਕਰਦੇ ਜਾਈਏ ਜਾਂ ਪੰਥਕ ਪੱਧਰ ਤੇ ਇਸ ਦੇ ਸਥਾਈ ਹੱਲ ਲੱਭਣ ਲਈ ਯਤਨਸ਼ੀਲ ਹੋਇਆ ਜਾਵੇ। ਇਹ ਧਰਮਾਂ ਵਾਲਿਆਂ ਨੇ ਤਾਂ ਆਪੋ ਆਪਣੇ ਹੋਰਨਾਂ ਧਰਮਾਂ ਵਾਲਿਆਂ ਨੇ ਤਾਂ ਆਪੋ ਆਪਣੇ ਧਰਮ ਗ੍ਰੰਥਾਂ ਵਿੱਚੋਂ ਛਾਪੇ ਦੀਆਂ ਉਕਾਈਆਂ ਦੂਰ ਕਰਕੇ ਉਹਨਾਂ ਦਾ ਪ੍ਰਮਾਣਿਕ ਗ੍ਰੰਥ ਰੂਪ ਪ੍ਰਗਟ ਕਰ ਲਿਆ ਹੋਇਆ ਹੈ, ਜਿਸ ਦਾ ਜ਼ਿਕਰ ਮੈਂ ਪਹਿਲਾਂ ਆਪ ਜੀ ਨਾਲ ਸਾਂਝਾ ਕਰ ਚੁੱਕਿਆ ਹਾਂ। ਪਰ ਅਸੀਂ ਅਵੇਸਲੇ ਹੋਏ ਬੈਠੇ ਹਾਂ, ਆਖਰ ਕਿਉਂ? ਬਾਕੀਆਂ ਦੇ ਤਾਂ ਧਰਮ ਗ੍ਰੰਥ ਹਨ, ਸਾਡਾ ਤਾਂ ਭਾਈ ਗੁਰੂ ਗ੍ਰੰਥ ਹੈ। ਸਾਡੀ ਜ਼ਿੰਮੇਵਾਰੀ ਕਿਤੇ ਵੱਧ ਹੈ। ਸਪਸ਼ਟ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਪੁੱਲ ਗੁਰੂ ਕਰਤਾਰ ਦਾ ਅਪੁੱਲ ਸਰੂਪ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਕਿਸਮ ਦੀ ਕੋਈ ਉਕਾਈ ਸਮਝਣੀ ਕੁਫਰ ਹੈ। ਗਲਤੀਆਂ ਕੇਵਲ ਛਪਾਈ ਦੀਆਂ ਹਨ ਤੇ ਸਾਨੂੰ ਹੀ ਤੁਰਤ ਦੂਰ ਕਰਨੀਆਂ ਬਣਦੀਆਂ ਹਨ। ਦੇਰੀ ਕਰਨ ਨਾਲ ਇਸ ਸਮੱਸਿਆ ਹੋਰ ਉਲਝਣ ਦੀ ਸੰਭਾਵਨਾ ਹੈ। ਖਬਰਦਾਰ ਹੋਈਏ, ਸਾਵਧਾਨ ਹੋਈਏ। ਸੋ ਅਜਿਹੀਆਂ ਲਿਖਤ ਅਥਵਾ ਛਾਪੇ ਦੀਆਂ ਗਲਤੀਆਂ ਦੀ ਸੁਧਾਈ ਬਾਰੇ ਛਾਪੇ ਦੀ ਪ੍ਰਚਲਿਤ ਬੀੜ ਦਾ ਮੂਲ ਆਧਾਰ ਅਥਵਾ ਪ੍ਰਮਾਣਿਕ ਹੱਥ ਲਿਖਤ ਬੀੜ ਅਥਵਾ ਬੀੜਾਂ ਨਾਲ ਸਮੁੱਚਾ ਮਿਲਾਨ ਕਰਕੇ ਪੰਥਕ ਪੱਧਰ ਤੇ ਚਾਰਾਜੋਈ ਕੀਤੇ ਜਾਣ ਦੀ ਲੋੜ ਜਾਪਦੀ ਹੈ। ਪ੍ਰੈਸ ਅਮਲੇ ਦੇ ਪੱਧਰ ਅਤੇ ਅੰਦਰ ਖਾਤੇ ਨਿਰੰਤਰ ਕੀਤੀਆਂ ਜਾ ਰਹੀਆਂ ਪਾਠ ਸੁਧਾਈਆਂ ਦੀ ਪਿਰਤ ਇਤਰਾਜ਼ਯੋਗ ਵੀ ਹੈ ਤੇ ਹਾਨੀਕਾਰਕ ਵੀ ਹੈ। ਇਹਦਾ ਜ਼ਿਕਰ ਮੈਂ ਆਪਾਂ ਵਿਚਾਰ ਚਰਚਾ ਵਿੱਚ ਸਾਂਝਾ ਕੀਤਾ ਜੀ। ਪੰਥ ਦਰਦੀਆਂ ਦਾ ਇੱਕ ਹੋਰ ਉਪਰਾਲਾ ਅਤੇ ਸ਼੍ਰੋਮਣੀ ਕਮੇਟੀ ਦਾ ਵਿਰੋਧ। ਸਭ ਕੁਝ ਦੇ ਬਾਵਜੂਦ ਸਰਦਾਰ ਜੋਗਿੰਦਰ ਸਿੰਘ ਜੀ ਤਲਵਾੜਾ, ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ, ਸਾਬਕਾ ਹੈੱਡ ਗ੍ਰੰਥੀ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਭਰਪੂਰ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਵਰਗੇ ਸੁਹਿਰਦ ਸੱਜਣ ਇਸ ਪਾਸੇ ਵੱਲ ਲਗਾਤਾਰ ਯਤਨਸ਼ੀਲ ਰਹੇ ਹੈ। ਇਹਨਾਂ ਵਿੱਚੋਂ ਸਰਦਾਰ ਜੋਗਿੰਦਰ ਸਿੰਘ ਜੀ ਤਲਵਾੜਾ ਅਤੇ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਤਾਂ ਕੂਕਦੇ ਹੀ ਸੰਸਾਰ ਤੋਂ ਤੁਰ ਗਏ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕਦੀ ਵੀ ਕੋਈ ਧਿਆਨ ਦੇਣ ਦਾ ਯਤਨ ਨਹੀਂ ਕੀਤਾ। ਸਰਦਾਰ ਜੋਗਿੰਦਰ ਸਿੰਘ ਜੀ ਤਲਵਾੜਾ ਵੱਲੋਂ ਕੀਤਾ ਹੋਇਆ ਲੰਬਾ ਕਾਰਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਅਜੇ ਵੀ ਸਾਂਭਿਆ ਪਿਆ ਹੈ, ਪਰ ਉਹਦੀ ਕਾਪੀ ਨਹੀਂ ਕਰਨ ਦਿੰਦੇ। ਸਿਰਫ ਉਹ ਕਹਿੰਦੇ ਨੇ ਵੀ ਦੇਖ ਲਓ, ਬਾਕੀ ਤੁਸੀਂ ਕੁਝ ਨਹੀਂ ਕਰ ਸਕਦੇ। ਸਰਦਾਰ ਜੋਗਿੰਦਰ ਸਿੰਘ ਵਿਦਾਂਤੀ ਵੱਲੋਂ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਕੀਤੇ ਕਾਰਜ ਦੇ ਰਫ ਖਰੜੇ ਨੂੰ ਪੰਥ ਦੇ ਵਿਚਾਰ ਲਈ ਸਰਦਾਰ ਸੁਵਿੰਦਰ ਸਿੰਘ ਜੀ ਲਾਸ ਐਂਜਲਸ ਅਮਰੀਕਾ ਵੱਲੋਂ ਆਪਣੀ ਸਿੱਖ ਬੁੱਕ ਕਲੱਬ ਤੇ ਪਾਇਆ ਗਿਆ, ਲੇਕਿਨ ਇਸ ਗੰਭੀਰ ਮਸਲੇ ਤੇ ਵਿਦਵਾਨਾਂ ਦੀ ਕਮੇਟੀ ਬਣਾ ਕੇ ਹੱਲ ਲਈ ਵਿਚਾਰ ਵਟਾਂਦਰਾ ਕਰਨ ਦੀ ਬਜਾਏ ਉਲਟਾ ਸਰਦਾਰ ਸੁਵਿੰਦਰ ਸਿੰਘ ਜੀ ਨੂੰ ਪੰਥ ਵਿੱਚੋਂ ਹੀ ਛੇਕ ਦਿੱਤਾ ਗਿਆ। ਵਾਹਿਗੁਰੂ 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 ਵਾਹਿਗੁਰੂ। ਕਮੇਟੀ ਦੀ ਨਜ਼ਰ ਥੱਲੇ ਹੋਈਆਂ ਮੰਦਭਾਗੀ ਘਟਨਾਵਾਂ ਤੇ ਪੰਥ ਦਰਦੀਆਂ ਦੇ ਉਦਮ ਉਪਰਾਲੇ। ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਦੀ ਸਰਕਾਰ ਵੱਲੋਂ ਜਿਹੜੀਆਂ ਅਤ ਕੀਮਤੀ ਹੱਥ ਲਿਖਤ ਬੀੜਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਈਆਂ ਸਨ, ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਗਈਆਂ ਸਨ।
ਅਤ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਇਸ ਵਿੱਚ ਅਨੇਕਾਂ ਅਤ ਕੀਮਤੀ ਬੀੜਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਕਰੋੜਾਂ ਰੁਪਏ ਵਿੱਚ ਦੇਸ਼ਾਂ ਅੰਦਰ ਵੇਚ ਦਿੱਤੀਆਂ ਗਈਆਂ। ਇਸ ਦਾ ਜ਼ਿਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਅਤੇ ਹੋਰ ਵਿਅਕਤੀਆਂ ਵੱਲੋਂ ਸਮੇਂ-ਸਮੇਂ ਸੰਗਤਾਂ ਸਾਹਮਣੇ ਕੀਤਾ ਜਾਂਦਾ ਹੈ। ਇਹ ਸਾਰੇ ਲੈਕਚਰ ਭਾਈ ਰਣਜੀਤ ਸਰਾਂ ਦੇ ਪਏ ਹੋਏ ਨੇ ਜੀ YouTube ਦੇ ਉੱਤੇ, ਆਪ ਜੀ ਉੱਥੋਂ ਸੁਣ ਸਕਦੇ ਹੋ, ਜਿਹਦੇ ਵਿੱਚ ਉਹ ਬਾਰ-ਬਾਰ ਇਹਦਾ ਜ਼ਿਕਰ ਕਰਦੇ ਨੇ ਵੀ ਕਿਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਇਹ ਬੀੜਾਂ ਜਿਹੜੀਆਂ ਨੇ ਇਤਿਹਾਸਕ ਬੀੜਾਂ ਕਰੋੜਾਂ ਰੁਪਏ ਵਿੱਚ ਬਾਹਰ ਵੇਚ ਦਿੱਤੀਆਂ ਗਈਆਂ। ਇਸ ਦੇ ਬਾਵਜੂਦ ਪ੍ਰੋਫੈਸਰ ਸਾਹਿਬ ਸਿੰਘ ਟਰਸਟ, ਜਿਸ ਦੇ ਚੇਅਰਮੈਨ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਜੀ ਦੇ ਸਵੇਰ ਦੇ ਯਤਨਾਂ ਸਦਕਾ ਸਾਰੇ ਹਿੰਦੁਸਤਾਨ ਵਿੱਚੋਂ ਪੁਰਾਤਨ ਬੀੜਾਂ ਦਾ ਕੀਮਤੀ ਖਜ਼ਾਨਾ ਲਗਭਗ 18 ਸਾਲ ਦਾ ਸਮਾਂ ਲਗਾ ਕੇ ਇਕੱਤਰ ਕੀਤਾ ਗਿਆ। ਇਹਦਾ ਜ਼ਿਕਰ ਮੈਂ ਆਪ ਜੀ ਨਾਲ ਪਹਿਲਾਂ ਕਰ ਦਿੱਤਾ ਹੈ ਜੀ। ਸਰਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਵੱਲੋਂ ਵੀ ਇਸ ਪਾਸੇ ਬਹੁਤ ਯਤਨ ਕੀਤੇ ਗਏ ਜੀ। ਆਓ ਹੁਣ ਆਪਾਂ ਮਸਲੇ ਬਾਰੇ ਵਿਚਾਰ ਲਿਆ, ਇਹਦੇ ਹੱਲ ਬਾਰੇ ਕੁਝ ਨਾ ਕੁਝ ਵਿਚਾਰਾਂ ਕਰੀਏ ਜੀ। ਹੁਣ ਸੁੱਤੇ ਨਹੀਂ ਰਹਿਣਾ, ਆਓ ਕੁਝ ਕਰੀਏ। ਗੁਰੂ ਪ੍ਰੇਮੀਓ, ਜਾਗੋ ਜਾਗੋ ਜਾਗੋ, ਸੁਚੇਤ ਹੋਵੋ। ਗੁਰੂ ਪਿਆਰਿਓ, ਇਵੇਂ ਇਸ ਅਤ ਗਹਿਰ ਗੰਭੀਰ ਅਤੇ ਬਹੁਤ ਹੀ ਨਾਜ਼ੁਕ ਵਿਸ਼ੇ ਨੂੰ ਗੁਰਮੁਖਾਂ ਦੀ ਸਭਾ ਵਿਛਾ ਕੇ ਵਿਚਾਰਿਆ ਜਾ ਸਕਦਾ ਹੈ ਅਤੇ ਸੁਹਿਰਦਤਾ ਨਾਲ ਸਤਿਗੁਰੂ ਦਾ ਓਟ ਆਸਰਾ ਲੈਂਦਿਆਂ ਅਵਸ਼ ਹੀ ਇਸ ਦਾ ਹੱਲ ਵੀ ਕੱਢਿਆ ਜਾ ਸਕਦਾ ਹੈ। ਇਸ ਮਸਲੇ ਦਾ ਹੱਲ ਵਿਚਾਰਨ ਦੀ ਬਜਾਏ ਜੇਕਰ ਅਸੀਂ ਕਬੂਤਰ ਵਾਂਗ ਅੱਖਾਂ ਮੀਚੀ ਰੱਖਾਂਗੇ ਅਤੇ ਇਸ ਸੰਬੰਧੀ ਕਾਇਮ ਕਰਨ ਵਾਲਿਆਂ ਅਤੇ ਸੁਝਾਅ ਦੇਣ ਵਾਲਿਆਂ ਨੂੰ ਧੜਾ ਧੜ ਥਾਣੇਦਾਰਾਂ ਦੀ ਤਰ੍ਹਾਂ ਪੰਥ ਵਿੱਚੋਂ ਛਿੱਕੀ ਜਾਵਾਂਗੇ ਤਾਂ ਕਦਾਚਿਤ ਇਸ ਮਸਲੇ ਦਾ ਹੱਲ ਨਹੀਂ ਹੋ ਸਕੇਗਾ ਅਤੇ ਦਿਨ ਪਰ ਦਿਨ ਹੋਰ ਦੇਰ ਹੁੰਦੀ ਚਲੀ ਜਾਵੇਗੀ, ਜਿਸ ਨਾਲ ਗੁੰਝਲਾਂ ਹੋਰ ਵਧਣਗੀਆਂ ਅਤੇ ਅਸੀਂ ਸੰਸਾਰ ਸਾਹਮਣੇ ਹਾਸੇ ਮਜ਼ਾਕ ਦਾ ਵਿਸ਼ਾ ਬਣਦੇ ਜਾਵਾਂਗੇ। ਇਹਦਾ ਜ਼ਿਕਰ 96 ਵਾਲੀ ਰਿਪੋਰਟ ਵਿੱਚ ਉਹਨਾਂ ਵਿਦਵਾਨ ਸੱਜਣਾਂ ਨੇ ਵੀ ਕੀਤਾ ਹੋਇਆ ਜੀ। ਸੂਝਵਾਨ ਗੁਰਸਿੱਖਾਂ ਦਾ ਇਹ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੇਕਰ ਪੰਥ ਦਰਦੀਆਂ ਵੱਲੋਂ ਹੰਭਲਾ ਮਾਰਿਆ ਜਾਏ ਅਤੇ ਸੰਸਾਰ ਭਰ ਦੇ ਗੁਰਸਿੱਖਾਂ ਦੀ ਇਸ ਬਾਰੇ ਇੱਕ ਰਾਏ ਬਣਾਈ ਜਾਏ ਤਾਂ ਸਤਿਗੁਰੂ ਅਵਸ਼ ਸਹਾਈ ਹੋਣਗੇ ਅਤੇ ਇਹ ਕਾਰਜ ਚੜ੍ਹਦੀ ਕਲਾ ਵਿੱਚ ਸੰਪੂਰਨ ਹੋਏਗਾ। ਭਵਿੱਖ ਲਈ ਕੀ ਰੂਪ ਰੇਖਾ ਤਿਆਰ ਕੀਤੀ ਜਾਏ? ਦੇਸ਼ ਵਿਦੇਸ਼ ਦੇ ਸੁਹਿਰਦ ਵਿਦਵਾਨਾਂ ਦੀ ਕਮੇਟੀ ਗਠਿਤ ਕਰਕੇ ਹੇਠ ਲਿਖੇ ਸੁਝਾਵਾਂ ਅਨੁਸਾਰ ਇਸ ਗੈਰ ਗੰਭੀਰ ਮਸਲੇ ਦਾ ਹੱਲ ਵਿਚਾਰਿਆ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1952 ਵਾਲੀ ਬੀੜ ਨੂੰ ਆਧਾਰ ਮੰਨਿਆ ਜਾਏ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾਰੀ ਹੋਣ ਵਾਲੀ ਬੀੜ ਦੇ ਪਾਠ ਭੇਦਾਂ ਦੇ ਅੰਤਰ ਦੀ ਇੱਕ ਸੂਚੀ ਬਣਾਈ ਜਾਵੇ। 1977 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਪਾਠ ਭੇਦਾਂ ਦੀ ਸੂਚੀ ਨੂੰ ਗੌਰ ਨਾਲ ਵਿਚਾਰਿਆ ਜਾਏ ਅਤੇ ਇਸ ਨੂੰ ਵੀ ਆਧਾਰ ਬਣਾਇਆ ਜਾਵੇ। 1996 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੌਂਪੀ ਰਿਪੋਰਟ ਨੂੰ ਵੀ ਵਿਚਾਰਿਆ ਜਾਏ। ਸਰਦਾਰ ਜੋਗਿੰਦਰ ਸਿੰਘ ਜੀ ਤਲਵਾੜਾ ਜੀ ਵੱਲੋਂ ਕੀਤਾ ਹੋਇਆ ਕਾਰਜ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਿਆ ਹੈ ਨੂੰ ਵੀ ਵਿਚਾਰਿਆ ਜਾਏ। ਇਹਦੀ ਕਾਪੀ ਵੀ ਸਾਡੇ ਕੋਲ ਉਹ ਰਿਪੋਰਟ ਦੇ ਨਾਲ ਜਿਹੜੀ ਆ ਉਹ ਲੱਗੀ ਹੋਈ ਹੈ ਜੀ। ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਗਿਆਨੀ ਕੇਵਲ ਸਿੰਘ ਜੀ ਨੇ ਉਹ ਰਿਪੋਰਟ ਮੈਨੂੰ ਭੇਜੀ ਸੀਗੀ ਤੇ ਉਹਦੀ ਕਾਪੀ ਵੀ ਸਾਡੇ ਕੋਲ ਉਪਲਬਧ ਹੈਗੀ ਹੈ ਜੀ। ਸਰਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਵੱਲੋਂ ਕੀਤਾ ਹੋਇਆ ਕਾਰਜ ਜੋ ਸਰਦਾਰ ਸਵਿੰਦਰ ਸਿੰਘ ਜੀ ਨੇ ਸਿੱਖ ਬੁੱਕ ਕਲੱਬ ਤੇ ਪਾਇਆ ਹੋਇਆ ਹੈ ਨੂੰ ਵੀ ਵਿਚਾਰ ਲਿਆ ਜਾਵੇ। ਪੁਰਾਤਨ ਬੀੜਾਂ ਵਿੱਚੋਂ ਸੁਹਿਰਦਤਾ ਨਾਲ ਭਾਈ ਰਾਮ ਰਾਏ ਜੀ ਅਤੇ ਬਾਬਾ ਬਿਧੀ ਚੰਦ ਜੀ ਵਾਲੀਆਂ ਬੀੜਾਂ ਤੋਂ ਸੇਧ ਲਈ ਜਾਵੇ। ਉਹਨਾਂ ਦੋਨਾਂ ਦਾ ਵਿਸਾਰ ਸਹਿਤ ਜ਼ਿਕਰ ਤੇ ਉਹਨਾਂ ਦੀਆਂ ਫੋਟੋਆਂ ਮੈਂ ਆਪ ਜੀ ਨਾਲ ਸਾਂਝੀਆਂ ਕਰ ਚੁੱਕਿਆ ਜੀ। 1952 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਬੀੜ ਭਵਿੱਖ ਦੇ ਕਾਰਜ ਲਈ ਇੱਕ ਬਹੁਤ ਵਧੀਆ ਆਧਾਰ ਬਣ ਸਕਦੀ ਹੈ। ਇਹ ਗੱਲ ਮੈਂ ਸਾਂਝੀ ਕਰ ਚੁੱਕਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਬਾਰੇ ਗੰਭੀਰਤਾ ਸਹਿਤ ਸਮਝਣ ਲਈ ਪੰਥ ਦੇ ਪ੍ਰਸਿੱਧ ਵਿਦਵਾਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀਆਂ 3 ਪੁਸਤਕਾਂ ਸਰਬੋਤਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪਾਠ ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਾਠਾਂਤਰ ਸੁਧਾਈ ਤੇ ਸ਼ੁੱਧ ਛਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਵੀ ਬਹੁਤ ਜ਼ਰੂਰੀ ਆ। ਉਹ ਤੋਂ ਵੀ ਆਪਾਂ ਨੂੰ ਬਹੁਤ ਸੇਧ ਮਿਲੇਗੀ ਆ ਔਰ ਆਪਾਂ ਇਸ ਗੈਰ ਗੰਭੀਰ ਮਸਲੇ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਸੋ ਮੇਰੀ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਆ ਵੀ ਇਹ 3 ਪੁਸਤਕਾਂ ਜਿਹੜੀਆਂ ਨੇ ਆਪ ਜੀ ਲੈ ਕੇ ਜ਼ਰੂਰ ਪੜ੍ਹਨ ਦੀ ਖੇਚਲ ਕਰਿਓ ਜੀ। ਮੇਰੇ ਕੋਲ ਡਿਜੀਟਲ ਲਾਇਬ੍ਰੇਰੀ ਜਿਹੜੀ ਹੈਗੀ ਹੈ ਜੀ, ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ, 450
ਦੇ ਕਰੀਬ ਹੱਥ ਲਿਖਤ ਬੀੜਾਂ ਮੇਰੇ ਡਿਜੀਟਲ ਲਾਇਬ੍ਰੇਰੀ ਵਿੱਚ ਹੈਗੀਆਂ ਨੇ ਜੀ, ਜਿਹਦੇ ਵਿੱਚੋਂ 2 ਬੀੜਾਂ ਦਾ ਜ਼ਿਕਰ ਮੈਂ ਕੀਤਾ ਹੈ। ਉਹਦੇ ਨਾਲ ਮਿਲਦੀਆਂ ਜੁਲਦੀਆਂ ਹੋਰ ਬਹੁਤ ਸਾਰੀਆਂ ਬੀੜਾਂ ਵੀ ਹੈਗੀਆਂ ਨੇ ਜੀ, ਤੇ ਖਾਰੀਆਂ ਬੀੜਾਂ ਤੇ ਹੋਰ ਬਹੁਤ ਸਾਰੀਆਂ ਬੀੜਾਂ ਮੇਰੀ ਡਿਜੀਟਲ ਲਾਇਬ੍ਰੇਰੀ ਵਿੱਚ ਮੌਜੂਦ ਨੇ। ਤੇ ਬਹੁਤ ਜਲਦੀ ਉਹਨਾਂ ਨੂੰ ਅਸੀਂ ਇੱਕ ਤਰਤੀਬ ਦੇ ਕੇ ਸਿੱਖ ਬੁੱਕ ਕਲੱਬ ਦੇ ਉੱਤੇ ਸਾਰੇ ਸਿੱਖ ਜਗਤ ਲਈ ਵਾਚਣ ਲਈ ਵੀ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਹੱਥ ਲਿਖਤ ਬੀੜਾਂ ਦੇ ਖਜ਼ਾਨੇ ਦੀ ਡਿਜੀਟਲ ਲਾਇਬ੍ਰੇਰੀ, ਜਿਵੇਂ ਮੈਂ ਜ਼ਿਕਰ ਕੀਤਾ ਹੈ, ਮੇਰੇ ਕੋਲ ਪਈ ਹੋਈ ਹੈ ਜੀ। ਕੁਝ ਕੁ ਬੀੜਾਂ ਦੇ ਚਿੱਤਰ ਆਪ ਜੀ ਨਾਲ ਸਾਂਝੇ ਕਰ ਦਿੱਤੇ ਗਏ ਨੇ ਜੀ। ਹੱਥ ਲਿਖਤ ਬੀੜਾਂ ਦੀ ਡਿਜੀਟਲ ਲਾਇਬ੍ਰੇਰੀ ਵਿੱਚੋਂ ਕੁਝ ਹੋਰ ਬੀੜਾਂ ਨੂੰ ਵੀ ਭਵਿੱਖ ਦੇ ਕਾਰਜ ਲਈ ਆਧਾਰ ਬਣਾਇਆ ਜਾ ਸਕਦਾ ਹੈ ਜੀ। ਉਹ ਤੇਰੇ ਜਾਣਕਾਰੀ ਲਈ ਆਪ ਜੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ। ਭੁੱਲਾਂ ਚੁੱਕਾਂ ਲਈ ਖਿਮਾ, ਬੇਅੰਤ ਭੁੱਲਾਂ। ਮੇਰਾ ਗਲਾ ਅੱਜ ਕੁਝ ਠੀਕ ਨਹੀਂ ਹੈਗਾ, ਕੱਲ ਦਾ ਖਰਾਬ ਹੋਇਆ ਸੀਗਾ, ਬੋਲਣ ਵਿੱਚ ਕੁਝ ਮੈਨੂੰ ਦਿੱਕਤ ਆਉਂਦੀ ਰਹੀ ਹੈ ਜੀ। ਉਹਦੇ ਲਈ ਮੈਂ ਖਿਮਾ ਦਾ ਜਾਚਕ ਹਾਂ ਜੀ। ਉਹ ਭੁੱਲਾਂ ਚੁੱਕਣ ਲਈ ਖਿਮਾ। ਪੰਥ ਹਮੇਸ਼ਾ ਬਖਸ਼ਿੰਦਾ ਹੈ ਜੀ, ਬਖਸ਼ਣਹਾਰ ਹੈ ਜੀ। ਮੇਰੀਆਂ ਭੁੱਲਾਂ ਨੂੰ ਬਖਸ਼ ਲੈਣਾ, ਫਿਰ ਤੇ ਮੇਰੇ ਪਰ ਹੱਥ ਰੱਖਣਾ। ਸਾਰੀ ਸੰਗਤ ਜਾ ਕੋਟਾਨ ਕੋਟ, ਕੋਟਾਨ ਕੋਟ। ਧੰਨਵਾਦ। ਪਿਆਰ ਸਤਿਕਾਰ ਸਤਿ ਫਤਿਹ ਬੁਲਾਓ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।